ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ ਆਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਸਰਦਾਰ ਇੰਦਰਪ੍ਰੀਤ ਸਿੰਘ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਦੁਨੀਆ ਭਰ 'ਚ ਵਸਦੇ ਪੰਜਾਬੀਆਂ ਨੂੰ ਵਧਾਈ। ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਹੈ। ਸਾਰਿਆਂ ਦੀ ਵਧਾਈ ਹੈ, ਜਿਹੜੀ ਭਾਸ਼ਾ 'ਚ ਗੱਲ ਕਰਦੇ ਆ, ਜਿਸ ਭਾਸ਼ਾ ਦੇ ਵਿੱਚ ਕਮਾਈ ਕਰਦੇ ਆ, ਖਾਂਦੇ ਪੀਂਦੇ ਆ, ਉਹਨਾਂ ਸਾਰਿਆਂ ਲਈ। ਪਰ ਪੰਜਾਬੀਆਂ ਲਈ ਇਹ ਇਸ਼ੂ ਬਣ ਜਾਂਦਾ ਹਮੇਸ਼ਾ। ਅੱਜ ਵੀ ਇਹ ਇਸ਼ੂ ਰਹੂਗਾ ਕਿ ਸਾਡੀ ਡੈਡਲਾਈਨ ਮੁੱਕ ਗਈ ਕੱਲ ਦੀ 20 ਤਰੀਕ ਦੀ। ਅੱਜ ਸਰਕਾਰ ਨੇ ਜਿਹੜੇ ਸਾਈਨ ਬੋਰਡ ਪੰਜਾਬੀ 'ਚ ਨਹੀਂ ਲਿਖੇ ਹੋਣਗੇ ਉੱਤੇ ਕਾਰਵਾਈ ਕਰਨੀ। ਸਾਡਾ ਐਕਟ ਪੰਜਾਬੀ ਬੋਲੀ ਨਾਲ ਸੰਬੰਧਿਤ ਸਾਨੂੰ ਕਿੰਨੇ ਕੁ ਅਖਤਿਆਰਾਤ ਦਿੰਦਾ। ਮੰਨ ਲਓ ਜੇ ਮੇਰਾ ਸਾਈਨ ਬੋਰਡ ਅੱਜ ਪੰਜਾਬੀ 'ਚ ਨਹੀਂਗਾ ਤਾਂ ਮੈਨੂੰ ਕੀ ਸਜ਼ਾ ਹੋ ਸਕਦੀ, ਕੀ ਜੁਰਮਾਨਾ ਹੋ ਸਕਦਾ, ਇਹ ਤੇ ਗੱਲ ਜ਼ਰੂਰ ਕਰਦੇ ਹਾਂ। ਵੈਸੇ ਸਰਕਾਰ ਜੀ ਨੇ ਅੱਜ ਜਿਹੜੇ ਸਵੇਰੇ ਸਵੇਰੇ ਕੁਝ ਮੈਸੇਜ ਭੇਜੇ ਅੰਗਰੇਜ਼ੀ 'ਚ ਸੀਗੇ, ਇਹ ਵੈਸੇ ਸੰਕੀਰਨਤਾ ਨਹੀਂ ਸਾਡੀ ਕਿ ਅੰਗਰੇਜ਼ੀ 'ਚ ਨਹੀਂ ਭੇਜੋ, ਕਿਉਂਕਿ ਫਾਉਂਟ ਜ਼ਰਾ ਸੌਖੇ ਮਿਲ ਜਾਂਦੇ ਆ ਤੇ ਅਫਸਰਸ਼ਾਹੀ ਨੂੰ ਵੀ ਅੰਗਰੇਜ਼ੀ ਤੇ ਹੱਥ ਜਮਾਉਣ ਦੀ ਕਲਾ ਆਉਂਦੀ ਆ। ਪਰ ਜਦੋਂ CMO 'ਚੋਂ 2-3 ਮੈਸੇਜ ਸਵੇਰੇ ਇੰਦਰਪ੍ਰੀਤ ਜੀ ਮੈਨੂੰ ਦੱਸ ਰਹੇ ਅੰਗਰੇਜ਼ੀ 'ਚ ਆਏ ਤੇ ਇਹਨਾਂ ਨੌਕ ਕੀਤਾ ਵੀ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਹੈ ਤੇ ਸਰਕਾਰ ਇਹਨੂੰ ਮਨਾ ਰਹੀ ਆ, ਅੱਜ ਹੀ ਪੰਜਾਬੀ ਦਾ ਇਸਤੇਮਾਲ ਕਰੋ। ਚਲੋ ਇਹਦੇ ਤੇ ਗੱਲ ਤਾਂ ਕਰਨੀ ਬਣਦੀ ਆ। ਦੂਜਾ ਅਤਿਅਮ ਮਾਮਲਾ ਕਿ ਜੇਕਰ ਮੰਨ ਲਓ ਤੁਸੀਂ ਨਸ਼ਿਆਂ ਦੇ ਕੇਸ ਦੇ ਵਿੱਚ ਕਿਸੇ ਨੂੰ ਫੜਿਆ ਦੇਖਦੇ ਹੋ, ਪਹਿਲਾਂ 6 ਮਹੀਨੇ ਉਹਨੂੰ ਅੰਦਰ ਰੱਖਿਆ ਜਾ ਸਕਦਾ ਹੁੰਦਾ। ਇਹਦਾ ਪ੍ਰਾਵਧਾਨ 2 ਸਾਲ ਤੱਕ ਹੈ ਕਿ ਜੇਕਰ ਤੁਹਾਡੇ ਕੋਲੋਂ ਕੋਈ ਬਰਾਮਦਗੀ ਵੀ ਨਹੀਂ ਹੋਈ, ਲੇਕਿਨ ਇੰਜ ਲੱਗ ਰਿਹਾ ਕਿ ਤੁਸੀਂ ਨਸ਼ਿਆਂ ਨੂੰ ਸਰਪ੍ਰਸਤੀ ਦੇ ਰਹੇ ਹੋ, ਤਾਂ ਇਹ ਸਰਕਾਰ ਕੋਲੇ, ਅਥਾਰਟੀਜ਼ ਕੋਲੇ ਹੱਕ ਹਕੂਕ ਹੁੰਦੇ ਆ ਕਿ ਉਹ ਇਹਨੂੰ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਰੱਖ ਸਕੇ। ਪਰ ਇਹਦੇ ਨਾਲ ਸੰਬੰਧਿਤ ਇੱਕ ਐਡਵਾਈਜ਼ਰੀ ਬੋਰਡ ਰੀਕਨਸਟੀਟਿਊਟ ਹੋਇਆ। ਉਹ ਖਬਰ ਵੀ ਪ੍ਰਮੁਖਤਾ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਨਸ਼ਿਆਂ ਦਾ ਮਾਮਲਾ ਬੜਾ ਗਰਮਾਇਆ ਹੋਇਆ। ਤੀਜੀ ਖਬਰ ਵੀ ਅਹਿਮ ਆ। ਉਹ ਇਹ ਹੈ ਕਿ ਪਾਵਰ ਪਰਚੇਜ ਐਗਰੀਮੈਂਟਸ ਜਿਹੜੇ ਬਾਦਲਕਿਆਂ ਦੇ ਦੌਰ ਦੇ ਵਿੱਚ ਸਾਈਨ ਕੀਤੇ ਗਏ, ਉਹਨੂੰ ਰਿਵਿਊ ਦੇ ਵਿੱਚ ਪਾਇਆ ਗਿਆ। ਜੇ ਮੰਨ ਲਓ ਪਾਇਆ ਗਿਆ ਤੇ ਕੀ ਉਸ ਸਮੇਂ ਦੇ ਅਫਸਰ ਜਿਨ੍ਹਾਂ ਨੇ ਇਹਨਾਂ ਨੂੰ ਡਿਜ਼ਾਈਨ ਕੀਤਾ, ਦਸਤਖਤ ਕੀਤੇ, ਪੜ੍ਹਿਆ ਤੇ ਸਾਰਾ ਅੱਗੇ ਵਧਾਇਆ, ਕਿ ਉਹ ਏਜੰਡੇ ਤੇ ਨੇ, ਕਿ ਉਹ ਨਿਸ਼ਾਨੇ ਤੇ ਨੇ, ਕਿ ਉਸ ਦੌਰ ਦੇ MD, ਉਸ ਦੌਰ ਦੇ ਬਿਜਲੀ ਬੋਰਡ ਦੇ ਚੇਅਰਮੈਨ, ਉਸ ਦੌਰ ਦੇ ਰੈਗੂਲੇਟਰ ਬਿਜਲੀ ਅਥਾਰਟੀ ਦੇ ਜਾਂ ਪੋਲੀਟੀਸ਼ੀਅਨ ਕੌਣ ਸ਼ੱਕ ਦੇ ਦਾਇਰਿਆਂ 'ਚ ਹੈ, ਕਿ ਪਾਵਰ ਦੇ ਸੈਕਟਰੀ ਵੀ ਸ਼ੱਕ ਦੇ ਦਾਇਰਿਆਂ 'ਚ। ਇਹ ਬੜਾ ਵੱਡਾ ਸਵਾਲ ਹੈ ਕਿਉਂਕਿ ਆਮ ਤੌਰ ਤੇ ਪੋਲੀਟੀਸ਼ੀਅਨ ਤਾਂ ਬਚ ਜਾਂਦੇ ਵਰਬਲ ਕਹਿ ਕੇ ਆ ਕੰਮ ਕਰ ਦਿਓ ਜੀ। ਸਵਾਲ ਇਹ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਦੌਰ ਦੇ ਵਿੱਚ ਵਾਈਟ ਪੇਪਰ 'ਚ ਲਿਆਂਦੇ ਗਏ ਪਾਵਰ ਪਰਚੇਜ ਐਗਰੀਮੈਂਟ ਸੀ, ਕਿ ਉਹਨਾਂ ਤੇ ਕਾਰਵਾਈ ਹੋ ਰਹੀ ਆ, ਉਹਨਾਂ ਨੂੰ ਰਿਵਿਊ ਕੀਤਾ ਜਾ ਰਿਹਾ, ਜਾਂ 190 ਦੇ ਕਰੀਬ ਸੋਲਰ ਦੇ ਤਹਿਤ, ਬਾਇਓਗੈਸ ਕੋਜਨਰੇਸ਼ਨ ਦੇ ਤਹਿਤ ਲਿਆਂਦੇ ਗਏ ਆ। ਕਿਉਂਕਿ ਝੋਲ ਉਹਨਾਂ 'ਚ ਬਹੁਤ ਵੱਡਾ, ਕਿਉਂਕਿ ਕੇਂਦਰ ਕਹਿੰਦਾ ਕਿ ਪਹਿਲਾਂ ਤੁਸੀਂ ਗ੍ਰੀਨ એનર્ਜੀ ਖਰੀਦੋ। 1500 ਮੈਗਾਵਾਟ ਦੇ ਲਗਭਗ ਇਹ ਸੋਲਰ ਤੇ ਬਾਕੀ ਬਣਦੇ ਆ, ਔਰ ਜਿਨ੍ਹਾਂ ਨੇ ਲਾਏ ਆ ਉਹ ਬੜੇ ਰਸੂਖਦਾਰ ਹੈ। ਇੱਥੇ ਸਿਆਸੀ ਗੱਲਾਂ ਬਹੁਤ ਹੋਈਆਂ। ਇੱਥੇ ਜਿਹੜੀ ਬਿਜਲੀ ਦੀ ਕੀਮਤ ਆ PSPCL ਨੂੰ ਤਾਰ ਨਹੀਂ ਪੈਂਦੀ, 8 ਤੋਂ 18 ਰੁਪਏ ਆ। ਇਹ ਬੜੇ ਵੱਡੇ ਸਵਾਲ ਜੇ ਤੁਹਾਡੀ ਜੇਬ ਤੇ ਪੈਂਦੇ ਆ। ਗੱਲ ਇੱਥੇ ਤੋਰਦੇ ਆ। ਅਗਲਾ ਮਾਮਲਾ RDF ਨੂੰ ਲੈ ਕੇ ਆ, ਰੂਰਲ ਡਿਵੈਲਪਮੈਂਟ ਫੰਡ ਨੂੰ ਕੇਂਦਰ ਨੇ ਮੁੱਠੀ ਘੁੱਟ ਲਈ, ਬੰਦ ਕਰ ਲਈ। ਰੌਲਿਆਂ ਦੇ ਵਿੱਚ ਰੁਲ ਨਾ ਜਾਵੇ ਗੱਲ, ਇਹਨੂੰ ਅੱਗੇ ਵਧਾਵਾਂਗੇ। ਪਰ ਇਹਦੇ ਨਾਲ ਹਰਿਆਣੇ ਦੇ ਵਿੱਚ ਡਾਂਗ ਚੱਲਣ ਲੱਗੀ ਸੀ ਕੱਲ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ। ਇੱਥੋਂ ਦਿਲ ਧੜਕਦਾ ਹੁੰਦਾ, ਤੁਸੀਂ ਗੁਰਦੁਆਰੇ ਜਾਂਦੇ ਹੋ, ਮਤਾ ਕੋਈ ਮਰਿਆਦਾ ਦੀ ਉਲੰਘਣਾ ਹੋ ਜੇ, ਆਮ ਬੰਦਾ ਹੱਥ ਜੋੜ ਕੇ ਜਾਂਦਾ, 100 ਵਾਰੀ ਨੱਕ ਰਗੜਦਾ, ਮੱਥਾ ਰਗੜਦਾ। ਪਰ ਸਾਡੇ ਸਿਆਸਤਦਾਨ ਉੱਥੇ ਇੱਕ ਦੂਜੇ ਦਾ ਗਲ ਫੜਨ ਨੂੰ ਕਿਉਂ ਫਿਰਦੇ ਆ? ਇਹ ਬੜੇ ਸਵਾਲ ਹੈ। ਮਨੀਸ਼ ਸਿਸੋਦੀਆ ਨੂੰ ਕੋਈ ਰਾਹਤ ਨਹੀਂ ਮਿਲ ਰਹੀ, ਉਹਨਾਂ ਨੂੰ ਫਿਰ ਸੱਦ ਲਿਆ ਕਿ ਗ੍ਰਿਫਤਾਰ ਕਰਕੇ ਹੀ ਸਾਹ ਲੈਣਗੇ। ਚਲੋ ਛੱਡਦੇ ਆ, ਸਾਰੀਆਂ ਗੱਲਾਂ ਕਰਦੇ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਚੱਲਦੇ ਆ ਪਾਵਰ ਪਰਚੇਜ ਐਗਰੀਮੈਂਟਸ ਤੇ। ਸੁਣਿਆ ਬੜੇ ਹੱਥ ਰੰਗੇ ਗਏ, ਸੁਣਿਆ ਜਿੰਨੇ ਮੈਗਾਵਾਟ ਦੀ ਲੋਡ ਸੀ ਉਹਦੇ ਨਾਲੋਂ ਵੱਧ ਦੇ ਪਾਵਰ ਪਰਚੇਜ ਐਗਰੀਮੈਂਟ ਕਰ ਲਏ ਗਏ। ਇਹ ਖੜੇ ਖਲੋਤੇ ਹਾਥੀਆਂ ਵਾਂਗ ਹੌਂਕਦੇ ਥਰਮਲ ਪਲਾਂਟਾਂ ਦੇ ਵੀ ਪੈਸੇ ਪੰਜਾਬੀਆਂ ਨੂੰ ਦੇਣੇ ਪੈਂਦੇ ਆ। ਇਹ ਸਾਰਾ ਕੁਝ ਇਬਾਰਤਾਂ ਇਸ ਤਰ੍ਹਾਂ ਲਿਖੀਆਂ ਜਿੱਦਾਂ ਸਾਡੇ ਖੂਨ ਨੂੰ ਨਿਚੋੜਨ ਦਾ ਯਤਨ ਕੀਤਾ ਗਿਆ ਹੋਵੇ। ਬਹੁਤ ਸਾਰੇ ਮਾਮਲਿਆਂ 'ਚ ਬਚਿਆ ਜਾ ਸਕਦਾ ਹੁੰਦਾ। ਇਹਦੇ ਉੱਤੇ ਜੇ ਰਿਵਿਊ ਕੀਤਾ ਜਾ ਰਿਹਾ, ਕੀ ਕੋਈ ਪੋਲੀਟੀਕਲ ਬੰਦਾ, ਕੀ ਕੋਈ ਇਹਦੇ ਵਿੱਚ ਵੱਡਾ ਅਧਿਕਾਰੀ, ਅਫਸਰ, ਰੈਗੂਲੇਟਰ? ਮੈਨੂੰ ਯਾਦ ਹੈ ਉਸ ਦੌਰ ਦੇ ਵਿੱਚ ਜੈ ਸਿੰਘ ਗਿੱਲ ਹੁੰਦੇ ਸੀ, ਉਸ ਤੋਂ ਬਾਅਦ ਪ੍ਰੋਮਲਾ ਦੁਬੇ ਆਏ, ਉਸ ਤੋਂ ਬਾਅਦ DS ਬੈਂਸ ਆਏ। ਕੀ ਰੈਗੂਲੇਟਰ ਨੇ ਚੈੱਕ ਰੱਖਿਆ ਜਾਂ ਉਹਨੇ ਪ੍ਰਵਾਨਗੀਆਂ ਦੇਣ ਦਾ ਹੀ ਕੰਮ ਰੱਖਿਆ? ਕਿਹਦੇ ਕਹਿਣ ਤੇ ਪ੍ਰਵਾਨਗੀਆਂ ਦਿੱਤੀਆਂ? ਕਿਹੜੇ MD ਸੀ, ਕਿਹੜੇ ਚੇਅਰਮੈਨ ਸੀ, ਕਿਹੜੇ ਸਕੱਤਰ ਸੀ ਪਾਵਰ ਦੇ? ਇਹ ਸਾਰੀਆਂ ਗੱਲਾਂ ਅੱਗੇ ਵਧਾਓ ਜ਼ਰਾ। ਰੰਧਾਵਾ ਸਾਹਿਬ, ਇਹ ਸਰਕਾਰ ਮਿਲਾ ਕੇ ਤੀਸਰੀ ਵਾਰ ਹੈ ਲਗਾਤਾਰ ਕਿ ਪਾਵਰ ਪਰਚੇਜ ਐਗਰੀਮੈਂਟਸ ਤੇ ਸਵਾਲ ਉੱਠ ਰਹੇ ਆ। ਕਿਉਂ ਉੱਠ ਰਹੇ ਨੇ? ਕਿਉਂਕਿ ਹਰ ਵਾਰੀ ਜਦੋਂ ਇਹ ਆਉਂਦਾ ਹੈ ਕਿ ਵੀ ਜਦੋਂ ਅਸੀਂ ਇਸ ਪਾਵਰ ਪਲਾਂਟ ਦੇ ਤੋਂ ਬਿਜਲੀ ਨਹੀਂ ਖਰੀਦ ਰਹੇ ਹੁੰਦੇ, ਤਾਂ ਵੀ ਅਸੀਂ 1200 ਕਰੋੜ ਤੋਂ ਉੱਪਰ ਜਿਹੜਾ ਹੈਗਾ ਉਹ ਇਹਨਾਂ ਥਰਮਲ ਪਲਾਂਟਾਂ ਨੂੰ ਦਿੰਦੇ ਆ। ਯਾਨੀ ਕਿ ਇਹ
ਬੋਝ ਹੈ ਜਿਹੜਾ ਪੰਜਾਬੀਆਂ ਤੇ ਪੈਂਦਾ ਹੈ, ਤੇ ਨੈਚੁਰਲੀ ਜਿਹੜੇ ਵੀ ਓਪੋਜੀਸ਼ਨ ਦੇ ਵਿੱਚ ਹੁੰਦੀਆਂ ਪਾਰਟੀਆਂ ਉਹ ਇਸ ਨੂੰ ਇੱਕ ਬੋਝ ਉਠਾ ਕੇ ਅੱਗੇ ਰੱਖਦੀਆਂ ਨੇ ਤੇ ਕਹਿੰਦੀਆਂ ਨੇ ਕਿ ਅਸੀਂ ਜਦੋਂ ਸੱਤਾ ਦੇ ਵਿੱਚ ਆ ਗਏ ਤੇ ਸਾਰੇ ਦੇ ਸਾਰੇ ਰਿਵਿਊ ਕਰਾਂਗੇ, ਰੱਦ ਕਰਾਂਗੇ। ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਜਦੋਂ ਇਹ 3 ਐਗਰੀਮੈਂਟਸ ਹੋਏ ਸੀਗੇ ਪਾਵਰ ਪਰਚੇਜ਼ ਐਗਰੀਮੈਂਟ ਵੱਡੇ, ਤਾਂ ਕਾਂਗਰਸ ਨੇ ਵਿਪਕਸ਼ੀ ਪਾਰਟੀ ਦੇ ਤੌਰ ਤੇ ਇਹ ਕਿਹਾ ਕਿ ਅਸੀਂ ਇਹਨੂੰ ਰਿਵਿਊ ਕਰਕੇ ਰੱਦ ਕਰਾਂਗੇ ਜਦੋਂ ਸਾਡੀ ਸਰਕਾਰ ਆਈ। ਪਰ ਉਹਨਾਂ ਦੀ ਸਰਕਾਰ ਆਈ, ਉਹਨਾਂ ਨੇ ਵੀ ਬਸ ਇੱਕ ਵਾਈਟ ਪੇਪਰ ਦਿੱਤਾ, ਕੋਈ ਰੱਦ ਨਹੀਂ ਕੀਤਾ, ਕੋਈ ਰਿਵਿਊ ਨਹੀਂ ਹੋਇਆ। ਫਿਰ ਇਹਨਾਂ ਨੇ, ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਵੀ ਰਿਵਿਊ ਕਰਾਂਗੇ ਤੇ ਇਹਨਾਂ ਨੂੰ ਰੱਦ ਕਰਾਂਗੇ। ਪਰ ਹੁਣ 1 ਸਾਲ ਇਹਨਾਂ ਨੂੰ ਵੀ ਹੋ ਚੱਲਿਆ, ਹੁਣ ਕਨਸੋਆਂ ਜੀਆਂ ਆ ਰਹੀਆਂ ਨੇ ਕਿ ਰਿਵਿਊ ਕੀਤਾ ਜਾਏਗਾ। ਦੇਖੋ ਰਿਵਿਊ, ਇਹ ਜਿਹੜੀ ਪਾਲਿਸੀ ਹੈ ਜਿਹਦੇ ਅਧੀਨ ਇਹ ਬਣੇ ਨੇ, ਉਹ ਸੈਂਟਰ ਗਵਰਨਮੈਂਟ ਦੀ ਪਾਲਿਸੀ ਹੈ ਤੇ ਉਦੋਂ ਇਹ ਪਾਲਿਸੀ ਆਈ ਸੀ ਜਦੋਂ ਪੰਜਾਬ 'ਚ ਹੀ ਨਹੀਂ, ਪੂਰੇ ਕੰਟਰੀ ਦੇ ਵਿੱਚ ਹੀ ਬਹੁਤ ਵੱਡੀ ਲੋੜ ਸੀ ਬਿਜਲੀ ਦੀ। ਉਦੋਂ ਪਰਮਾਣੂ ਵਿੱਚ ਤੋਂ ਵੀ ਬਿਜਲੀ ਪੈਦਾ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ, ਕੋਲ ਤੋਂ ਵੀ। ਤਾਂ ਕੋਲ ਦੇ ਵਿੱਚ ਫਸਟ ਟਾਈਮ ਜਿਹੜਾ ਹੈਗਾ ਉਹ ਵੱਡੇ ਸਕੇਲ ਤੇ ਪ੍ਰਾਈਵੇਟ ਪਲੇਅਰਸ ਨੂੰ ਲਿਆਂਦਾ ਗਿਆ, ਉਹਨਾਂ ਨੂੰ ਛੂਟ ਦਿੱਤੀ ਗਈ, ਇੱਕ ਪਾਲਿਸੀ ਡਰਾਫਟ ਕੀਤੀ ਗਈ ਜਿਹੜੀ ਸਾਰੀਆਂ ਸਟੇਟਾਂ ਨੂੰ ਭੇਜੀ ਗਈ। ਉਹਦੇ ਚ ਬਹੁਤ ਸਾਰੀਆਂ ਸਟੇਟਾਂ ਨੇ ਆਪਣੇ ਅਨੁਸਾਰ ਥੋੜਾ ਜਿਹਾ ਅਮੈਂਡਮੈਂਟ ਵੀ ਕੀਤਾ ਹੈ। ਉਹਨਾਂ ਨੇ ਇਹ ਅਮੈਂਡਮੈਂਟਸ ਕੀਤੀਆਂ ਨੇ ਵੀ ਜੇ ਅਸੀਂ ਨਹੀਂ ਖਰੀਦਾਂਗੇ ਤਾਂ ਫਿਰ ਉਹਨਾਂ ਨੂੰ ਹੱਕ ਹੋਏਗਾ ਕਿ ਉਹ ਕਿਤੇ ਵੀ ਵੇਚ ਸਕਦੇ ਨੇ। ਪਰ ਪੰਜਾਬ ਨੇ ਇਦਾਂ ਦਾ ਨਹੀਂ ਕੀਤਾ। ਪੰਜਾਬ ਨੇ ਕਿਹਾ ਵੀ ਇੱਥੇ ਜਿੰਨੀ ਵੀ ਪੈਦਾ ਹੋਏਗੀ ਉਹ ਸਾਰੀ ਦੀ ਸਾਰੀ ਅਸੀਂ ਖਰੀਦਾਂਗੇ, ਤੁਸੀਂ ਬਾਹਰ ਨਹੀਂ ਵੇਚ ਸਕਦੇ। ਇਹੀ ਮੈਨੂੰ ਲੱਗਦਾ ਕਿ ਜਿਹੜਾ ਸਭ ਤੋਂ ਵੱਡੀ ਗਲਤੀ ਵਾਲਾ ਪੁਆਇੰਟ ਹੈ। ਜਦੋਂ ਇੱਥੇ ਚਾਹੀਦਾ ਇਹ ਸੀ ਕਿ ਉਹ ਇੱਥੇ ਇਹ ਲਿਖਿਆ ਜਾਂਦਾ ਕਿ ਪਹਿਲ ਸਾਡੀ ਹੋਏਗੀ, ਪੰਜਾਬ ਨੂੰ ਪਹਿਲ ਹੋਏਗੀ, ਜਦੋਂ ਪੰਜਾਬ ਦੀ ਜਿੰਨੀ ਡਿਮਾਂਡ ਹੈ ਉਹ ਅਗਰ ਪੂਰੀ ਹੋ ਜਾਏਗੀ ਉਸ ਤੋਂ ਬਾਅਦ ਅਗਰ ਬਿਜਲੀ ਬਚੇਗੀ ਤਾਂ ਉਹ ਕਿਸੇ ਨੂੰ ਵੀ ਵੇਚ ਸਕਦੇ ਆ। ਪਰ ਇਹ ਲਾਈਨ ਕਿਉਂਕਿ ਨਹੀਂ ਹੈਗੀ ਤਾਂ ਇਹਦਾ ਫਾਇਦਾ ਇਹ ਉਠਾਇਆ ਜਾ ਰਿਹਾ ਕਿ ਫਿਰ ਉਹਨਾਂ ਨੇ, ਕੰਪਨੀਆਂ ਨੇ ਵੀ ਆਪਣਾ ਇੱਕ ਰਾਈਡਰ ਲਗਾਇਆ ਕਿ ਜੇ ਤੁਸੀਂ ਸਾਡੇ ਤੋਂ ਨਹੀਂ ਖਰੀਦੋਗੇ ਤਾਂ ਅਸੀਂ, ਸਾਡਾ ਪਲਾਂਟ ਤਾਂ ਲੱਗ ਗਿਆ, ਸਾਡੀ ਕੈਪੀਟਲ ਤਾਂ ਲੱਗ ਗਈ, ਤਾਂ ਤੁਸੀਂ ਸਾਨੂੰ ਇੰਨੇ % ਜਿਹੜਾ ਹੈਗਾ ਉਹ ਸਾਨੂੰ ਦੋਗੇ। ਜਿਹੜਾ ਹੁਣ ਅਸੀਂ ਪਿਛਲੀ ਵਾਰ ਜਿਹੜੇ ਉਹ ਦੇਖੀਆਂ ਨੇ ਸਾਰੀਆਂ ਸਟੇਟਮੈਂਟਸ, ਉਹ ਚ ਐਵਰੇਜ ਆ ਰਹੀ ਹੈ 1200 ਕਰੋੜ ਤੋਂ ਉੱਪਰ ਅਸੀਂ ਹਰ ਸਾਲ ਜਿਹੜਾ ਹੈਗਾ ਉਹ ਬਿਨਾਂ ਚੱਲੇ ਹੋਏ ਦਿੰਨੇ ਆ। ਦੇਖੋ ਪੰਜਾਬ ਦੀ ਸਥਿਤੀ ਰੰਧਾਵਾ ਸਾਹਿਬ ਬਿਲਕੁਲ ਨਾ ਡਿਫਰੈਂਟ ਹੈ। ਮੈਨੂੰ ਲੱਗਦਾ ਕਿ ਪੰਜਾਬ ਨੂੰ ਆਪਣੀ ਉਸ ਡਿਫਰੈਂਟ ਸਥਿਤੀ ਨੂੰ ਦੇਖ ਕੇ ਫੈਸਲੇ ਲੈਣੇ ਚਾਹੀਦੇ ਸੀ। ਪੰਜਾਬ ਦੇ ਵਿੱਚ ਕੀ ਹੈ ਕਿ ਜਦੋਂ ਸਾਡੀ ਐਵਰੇਜ ਹੈ ਉਹ 6-7 ਹਜ਼ਾਰ ਮੈਗਾਵਾਟ ਦੀ ਐਵਰੇਜ ਹੈ ਕਿ ਸਾਨੂੰ ਇੰਨੀ ਕੁ ਬਿਜਲੀ ਚਾਹੀਦੀ ਹੁੰਦੀ ਹੈ। ਜਦੋਂ 2007 ਦੀ ਮੈਂ ਗੱਲ ਕਰ ਰਿਹਾ, ਜਦੋਂ ਉਦੋਂ 2007 ਦੇ ਆਸ-ਪਾਸ ਇੰਨੀ ਸੀਗੀ ਔਰ 6000 ਤੋਂ ਲੈ ਕੇ 6500 ਮੈਗਾਵਾਟ ਤੱਕ ਸਾਡੀ ਅਸੀਂ ਆਪਣੀ ਪੈਦਾ ਕਰ ਲੈਂਦੇ ਸੀ। ਆਪਣੇ ਸਰਕਾਰੀ ਜਿਹੜੇ ਥਰਮਲ ਪਲਾਂਟ ਲੱਗੇ ਸੀ ਜਾਂ ਹਾਈਡਰੋ ਪਲਾਂਟ ਲੱਗੇ ਸੀ ਜਾਂ ਸੈਂਟਰ ਪੂਲ ਦੇ ਪਲਾਂਟਾਂ 'ਚ ਸਾਡੀ ਹਿੱਸੇਦਾਰੀ ਸੀ। ਪਰ ਜਦੋਂ ਪੈਡੀ ਦਾ ਸੀਜ਼ਨ ਆਉਂਦਾ ਹੈ ਇੱਕਦਮ ਸਾਡੀ ਜਿਹੜੀ ਡਿਮਾਂਡ ਹੈ 11-12 ਹੁਣ ਇਹ 15,000 ਕਰੋੜ ਤੱਕ ਪਹੁੰਚ ਗਈ ਹੈ। ਯਾਨੀ ਮੈਂ ਜਦੋਂ ਦੀਆਂ ਖਬਰਾਂ ਕਰ ਰਿਹਾ ਉਦੋਂ 11,000 ਮੈਗਾਵਾਟ ਸੀ, ਅੱਜ 15,000 ਮੈਗਾਵਾਟ ਹੋ ਗਈ ਹੈ। ਪਰ 15,000 ਮੈਗਾਵਾਟ ਬਿਜਲੀ ਸਪਲਾਈ ਕਰਨ ਵਾਸਤੇ ਸਾਡੇ ਕੋਲ ਟਰਾਂਸਮਿਸ਼ਨ ਲਾਈਨਾਂ ਹੈ ਹੀ ਨਹੀਂ ਹੈ। ਜੇ ਅਸੀਂ ਪੈਦਾ ਵੀ ਕਰ ਲਾਂਗੇ ਤਾਂ ਵੀ ਅਸੀਂ ਦੇ ਨਹੀਂ ਪਾਵਾਂਗੇ ਕਿਉਂਕਿ ਸਾਡੇ ਕੋਲ ਟਰਾਂਸਮਿਸ਼ਨ ਲਾਈਨਸ ਹੀ ਨਹੀਂ ਹੈਗੀਆਂ। ਹੁਣ ਉਹਦੇ ਵਿੱਚ ਕੀ ਹੋ ਰਿਹਾ ਹੈ ਕਿ ਅਸੀਂ ਟਰਾਂਸਮਿਸ਼ਨ ਲਾਈਨਾਂ ਨੂੰ ਵਧਾਉਣ ਦੇ ਉੱਤੇ ਤਾਂ ਕੋਈ ਕੰਮ ਨਹੀਂ ਕੀਤਾ, ਲੇਕਿਨ ਇਸ ਤਰ੍ਹਾਂ ਦੇ ਜਿਹੜੇ ਐਗਰੀਮੈਂਟ ਕਰ ਲਏ ਹੈ, ਹੁਣ ਦੇਖੋ ਇਹੀ ਲਗਭਗ ਜਿਹੜੇ ਹੈਗੇ ਆ ਉਹ 4000 ਤੋਂ ਉੱਪਰ ਦੇ ਹੈਗੇ ਆ। ਯਾਨੀ 6000 ਸਾਡਾ ਪਹਿਲਾਂ ਆਪਣਾ ਹੈ, 4000 ਤੋਂ ਅਸੀਂ ਆਪਣੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਲਾ ਲਿਆ। ਫਿਰ ਮੁੰਦਰਾ ਵਰਗੇ ਥਰਮਲ ਪਲਾਂਟਾਂ ਦੇ ਵਿੱਚ ਹੋਰ ਜਿਹੜੇ ਪਿਟ ਹੈਡ ਤੇ ਥਰਮਲ ਪਲਾਂਟ ਲੱਗੇ ਨੇ, ਚਾਹੇ ਅਡਾਨੀ ਦੇ ਲੱਗੇ ਹੋਣ ਚਾਹੇ ਟਾਟਾ ਦੇ ਲੱਗੇ ਹੋਣ, ਉਸ 'ਚ ਵੀ ਸਾਡੀ ਹਿੱਸੇਦਾਰੀ ਹੈ। NTPC ਦੇ ਪਲਾਂਟਾਂ 'ਚ, NHPC ਦੇ ਪਲਾਂਟਾਂ 'ਚ ਵੀ ਸਾਡੀ ਹਿੱਸੇਦਾਰੀ ਹੈ। ਹੁਣ ਉਹ ਸਾਰੀ ਹਿੱਸੇਦਾਰੀਆਂ ਨੇ ਜਦੋਂ ਅਸੀਂ ਕੈਲਕੂਲੇਟ ਕਰਦੇ ਹਾਂ ਤਾਂ ਜਿੰਨੀ ਸਾਡੀ ਬਿਜਲੀ ਬਣ ਜਾਂਦੀ ਹੈ ਉਹ ਬਿਜਲੀ ਤੋਂ ਮਤਲਬ ਲੈਣੀ ਬਹੁਤ ਜ਼ਰੂਰੀ ਹੈ। ਪਲੱਸ ਇੱਕ ਹੋਰ ਮੰਤਰਾਲੇ ਹੈਗਾ, ਉਹ ਹੈਗਾ ਜਿਹੜਾ ਨਾਨ ਕਨਵੈਨਸ਼ਨਲ ਊਰਜਾ ਪੈਦਾ ਕਰਦਾ। ਉਹਨੇ ਵੀ ਸਾਨੂੰ ਕਿਹਾ ਵੀ ਤੁਸੀਂ ਪਹਿਲਾਂ ਜਿਹੜੀ ਹੈਗੀ ਹੈ ਉਹ ਇਹਨਾਂ ਤੋਂ ਲਓਗੇ, ਕੋ ਜਨਰੇਸ਼ਨ ਤੋਂ, ਸੋਲਰ ਤੋਂ। ਜਦੋਂ ਅਸੀਂ ਪਰਾਲੀ ਦੀ ਗੱਲ ਕਰਦੇ ਹਾਂ ਵੀ ਪਰਾਲੀ ਤੋਂ ਬਿਜਲੀ ਬਣਾ ਲਓ, ਤਾਂ ਬਿਜਲੀ ਤਾਂ ਬਣਾ ਲਓ ਲੇਕਿਨ ਉਹ ਬਿਜਲੀ ਸਾਨੂੰ 7 ਰੁਪਏ ਤੋਂ ਘੱਟ ਪੈਂਦੀ ਹੀ ਨਹੀਂ ਹੈ। ਤੇ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਵੀ ਤੁਸੀਂ ਇਹਨੂੰ ਪਹਿਲਾਂ ਖਰੀਦਣਾ ਹੈ, ਬਾਕੀਆਂ ਦੀ ਬਾਅਦ 'ਚ ਖਰੀਦਣੀ ਹੈ। ਤਾਂ ਲਗਭਗ ਜਦੋਂ ਅਸੀਂ 1500 ਕਰੋੜ ਇਹ ਵੀ 1500 ਮੈਗਾਵਾਟ ਇਹ ਵੀ ਐਡ ਕਰ ਲੈਂਦੇ ਹਾਂ ਜਦੋਂ ਸਰਦੀਆਂ ਜਾਂ ਗਰਮੀਆਂ, ਜਦੋਂ ਪੈਡੀ ਸੀਜ਼ਨ ਨਿਕਲ ਜਾਂਦਾ ਉਦੋਂ ਜਦੋਂ ਇਹਨੂੰ ਐਡ ਕਰਦੇ ਆ ਤਾਂ ਫਿਰ ਇੰਨੀ ਜ਼ਿਆਦਾ ਬਿਜਲੀ ਹੋ ਜਾਂਦੀ ਹੈ ਕਿ ਸਾਨੂੰ ਆਪਣੇ ਥਰਮਲ ਪਲਾਂਟ ਵੀ ਬੰਦ ਕਰਨੇ ਪੈਂਦੇ ਆ
ਜਾਂ ਫਿਰ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਹੈ ਉਹਨਾਂ ਤੋਂ ਬਿਜਲੀ ਜਿਹੜੀ ਲੈਣੀ ਸਾਨੂੰ ਬੰਦ ਕਰਨੀ ਪੈਂਦੀ ਹੈ। ਤਾਂ ਇਹਦਾ ਮਤਲਬ ਹੈ ਜਦੋਂ ਅਸੀਂ ਉਹਨੂੰ ਬੰਦ ਕਰਦੇ ਹਾਂ ਤਾਂ ਫਿਰ ਸਾਨੂੰ ਉਹਨਾਂ ਨੂੰ ਪੈਸੇ ਦੇਣੇ ਪੈਣਗੇ। ਇਹਦੇ ਵਿੱਚ ਜਦੋਂ ਕਾਂਗਰਸ ਦੀ ਕੈਪਟਨ ਦੀ ਸਰਕਾਰ ਆਈ ਸੀ ਉਦੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਐਗਰੀਮੈਂਟ ਲਿਆ ਕੇ ਇੱਕ ਅਮੈਂਡਮੈਂਟ ਜ਼ਰੂਰ ਕਰਾਂਗੇ ਕਿ ਪਹਿਲ ਸਾਡੀ ਹੋਏਗੀ, ਪੰਜਾਬ ਨੂੰ ਜਿੰਨੀ ਜ਼ਰੂਰਤ ਹੈ ਅਸੀਂ ਵਰਤਾਂਗੇ ਬਿਜਲੀ, ਉਸ ਤੋਂ ਬਾਅਦ ਜਿਹੜੀ ਬਚ ਗਈ ਉਹ ਇਹ ਕਿਤੇ ਵੀ ਵੇਚ ਸਕਦੇ ਆ। ਪਰ ਮੈਨੂੰ ਲੱਗਦਾ ਕਿ ਇਹ ਕੰਪਨੀਆਂ ਇਸ ਤੇ ਰਾਜੀ ਨਹੀਂ ਹੋਈਆਂ, ਇਸ ਕਰਕੇ ਜਿਹੜਾ ਹੈਗਾ ਇਹ ਇਸ਼ੂ ਉਸੇ ਤਰ੍ਹਾਂ ਦਾ ਹੀ ਸਟੈਂਡ ਕਰ ਰਿਹਾ ਹੈ। ਮਤਲਬ ਮੈਂ ਕਹੂੰਗਾ ਕਿ ਇਹ ਕਾਗਜ਼ਾਂ ਦੇ ਵਿੱਚ ਹੀ ਜਾਂ ਬੋਲੀਆਂ ਦੇ ਵਿੱਚ ਹੀ ਚੱਲੀ ਜਾ ਰਿਹਾ ਹੈ। ਆਰੋਪ ਪ੍ਰਤਿਆਰੋਪ ਜ਼ਰੂਰ ਚੱਲ ਰਹੇ ਨੇ ਪਰ ਹਜੇ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਜੀ, ਇੱਕ ਬਹਿਸ ਦਾ ਵਿਸ਼ਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਾਣ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਲਾਇਆ ਜਾਂਦਾ ਉਦੋਂ 2 ਮਹੀਨੇ ਦੇ ਅੰਦਰ ਅੰਦਰ ਇੰਜੀਨੀਅਰਸ ਦੀ ਮੀਟਿੰਗ 2 ਵਾਰੀ ਸੱਦੀ ਗਈ। ਇੱਕ ਵਾਰ ਦੇ ਵਿੱਚ ਤਾਂ 3 ਥਰਮਲ ਪਲਾਂਟਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਕਿ ਤੁਸੀਂ ਫਲਾਂ ਵੇਲੇ ਬੇਨਿਯਮੀਆਂ ਕੀਤੀਆਂ, ਚੱਲੇ ਨਹੀਂ, ਇਸ ਕਰਕੇ ਕਿਉਂ ਨਾ ਤੁਹਾਡਾ ਐਗਰੀਮੈਂਟ ਰੱਦ ਕੀਤਾ ਜਾਵੇ। ਇਹ ਸਾਰੀਆਂ ਗੱਲਾਂ ਹੋਈਆਂ। ਚੰਨੀ ਗਵਰਨਮੈਂਟ ਵੇਲੇ ਵੀ ਇਹ ਕਨਸੋਰ ਨਿਕਲਦੀ ਰਹੀ ਪਰ ਇਹ ਕਿੱਥੇ ਪਹੁੰਚੀ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਥਰਮਲ ਪਲਾਂਟ ਕੋਰਟ ਚਲੇ ਗਏ ਜਾਂ ਕੋਈ ਹੋਰ ਗੱਲਾਂ ਹੋਈਆਂ। ਇਹ ਸਵਾਲ ਇੱਕ ਪਾਸੇ ਰੱਖ ਕੇ ਫਿਲਹਾਲ ਆਪਾਂ ਇਸ ਗੱਲ ਤੇ ਜੇ ਜਾਣਦੇ ਆ ਕਿ ਕੀ ਇਹ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੇ ਨਜ਼ਰੀਏ ਤੋਂ ਕੁਝ ਨੀਤੀਗਤ ਫੈਸਲੇ ਲੈਣ ਦੇ ਰੌਂਚ 'ਚ ਹੈ ਜਾਂ ਕਿਸੇ ਨੂੰ ਟੰਗਣ ਦੇ ਰੌਂਚ 'ਚ ਹੈ ਕਿ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਹੁਣ ਇਹਦੇ 'ਚ 2 ਪਹਿਲੂ ਆ। ਇੱਕ ਤਾਂ ਉਹ ਆ ਕਿ ਜਦੋਂ ਥਰਮਲ ਪਲਾਂਟ ਆਏ 2007 ਵਿੱਚ ਇਹ ਫੈਸਲੇ ਹੋਏ ਕੇਂਦਰ ਦੀ ਨੀਤੀ ਅਨੁਸਾਰ, ਤੇ ਉਦੋਂ ਇਹਦੇ ਵਿੱਚ ਇਹ ਮੱਦ ਕਿਉਂ ਨਹੀਂ ਪਾਈ ਗਈ ਕਿ ਅਸੀਂ ਜਿੰਨੀ ਬਿਜਲੀ ਚਾਹੀਦੀ ਹੋਊਗੀ ਉਨੀ ਲਵਾਂਗੇ, ਬਾਕੀ ਤੁਸੀਂ ਜਿੱਥੇ ਮਰਜ਼ੀ ਵੇਚ ਲਓ। ਕੀ ਇਹਨੂੰ ਹੁਣ ਅਮੈਂਡ ਕੀਤਾ ਜਾਊਗਾ? ਇੱਕ ਸਵਾਲ। ਦੂਜੀ ਗੱਲ ਕਿ ਜਦੋਂ ਤੁਸੀਂ ਪਹਿਲਾਂ ਹੀ ਲੋਡ ਤੋਂ ਜ਼ਿਆਦਾ ਮੈਗਾਵਾਟ ਦੇ ਥਰਮਲ ਪਲਾਂਟ ਲਾ ਲਏ ਸੀ, ਚਲੋ ਇਹਦੇ ਨਾਲ ਹਜ਼ਾਰਾਂ ਕਰੋੜ ਦੀ ਇਨਵੈਸਟਮੈਂਟ ਵੀ ਆਈ, ਇਹਦੇ ਨਾਲ ਸ਼ੁਰੂ ਚ ਕਿਹਾ ਗਿਆ ਕਿ ਤੁਹਾਨੂੰ ਇੱਥੇ ਰੋਜ਼ਗਾਰ ਵੀ ਮਿਲੂ, ਸਾਰੀਆਂ ਗੱਲਾਂ ਆਪਾਂ ਮੰਨ ਲੈਂਦੇ ਆ ਕਿ 30,000 ਕਰੋੜ 35,000 40,000 ਕਰੋੜ ਦੀ ਇਨਵੈਸਟਮੈਂਟ ਆ ਗਈ 3-4 ਥਰਮਲ ਪਲਾਂਟ ਜਿੰਨੇ ਵੀ। ਪਰ ਇਸ ਤੋਂ ਬਾਅਦ ਸਿਆਸੀ ਦਖਲਅੰਦਾਜ਼ੀ ਨਾਲ ਜਿਹੜੇ ਸੋਲਰ ਲੱਗੇ, ਬਾਇਓ ਲੱਗੇ, ਕੁਝ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬਾਇਓ ਤੇ ਸੋਲਰ ਤੇ ਬਹੁਤ ਜ਼ੋਰ ਦਿੱਤਾ ਗਿਆ, ਉਹ ਕਿਹਨਾਂ ਦੇ ਲੱਗੇ? ਰੈਗੂਲੇਟਰ ਨੇ ਉਹਨਾਂ ਨੂੰ ਅੱਖਾਂ ਮੀਟ ਕੇ ਪ੍ਰਵਾਨਗੀ ਲਗਾਤਾਰ ਕਿੱਦਾਂ ਦਿੱਤੀ? ਔਰ ਉਹਦੇ ਵਿੱਚ ਜਦੋਂ ਕੇਂਦਰ ਦੀ ਇਹ ਸ਼ਰਤ ਆ ਜਾਂਦੀ ਗ੍ਰੀਨ એનર્ਜੀ ਨੂੰ ਲੈ ਕੇ ਕਿ ਪਹਿਲਾਂ ਇਹਨਾਂ ਦੀ ਖਰੀਦੋ ਤੇ ਉਹਦੀ ਨਿਰਧਾਰਤ ਕੀਤੀ ਗਈ ਕੀਮਤ 8 ਤੋਂ 18 ਰੁਪਏ। ਇਹ ਜਿਹੜੇ ਐਗਰੀਮੈਂਟ ਆ, ਇਹ ਐਗਰੀਮੈਂਟ ਤੁਹਾਨੂੰ ਬੰਨ ਕੇ ਬਿਠਾ ਦਿੰਦੇ ਆ, ਕਿੱਥੇ ਭੱਜ ਕੇ ਜਾਓਗੇ? ਇਹ ਕਿੰਨਾ ਨੇ ਕੀਤੇ? ਇਹ ਕਿੰਨਾ ਲੋਕਾਂ ਨੇ ਇਹਦੀ ਪ੍ਰਵਾਨਗੀ ਦਿੱਤੀ? ਇਹ ਪ੍ਰਪੋਜ਼ਲਸ ਕਿਵੇਂ ਹੱਥੋਂ ਹੱਥੀ ਪ੍ਰਵਾਨ ਚੜ੍ਹਦੀਆਂ ਗਈਆਂ? ਔਰ ਇਹ ਲਗਭਗ 180 ਤੋਂ 90 ਦੇ ਦਰਮਿਆਨ ਪਲਾਂਟ ਲੱਗੇ ਨੇ ਔਰ ਇਹ ਕਿੰਨੇ ਪ੍ਰਭਾਵਸ਼ਾਲੀ ਲੋਕਾਂ ਨੇ ਲਾਏ ਨੇ? ਇਹ ਬਹੁਤ ਅਹਿਮ ਸਵਾਲ ਹੈ, ਇੱਥੇ ਕੋਈ ਜਾਂਦਾ ਨਹੀਂ, ਇੱਧਰ ਜਾਣਾ ਬਣਦਾ ਹੈ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ। ਅਗਰ ਪਾਵਰ ਪਰਚੇਜ਼ ਐਗਰੀਮੈਂਟ ਦੇ ਉੱਤੇ ਰਾਜਨੀਤੀ ਦੀ ਗੱਲ ਕਰੀਏ ਤੇ ਜਦ ਸੁਖਬੀਰ ਸਿੰਘ ਬਾਦਲ ਉਹਨਾਂ ਪਾਵਰ ਮਿਨਿਸਟਰ ਹੁੰਦੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਇਹ ਪਾਵਰ ਪਲਾਂਟ ਲੱਗੇ ਸੀ ਔਰ ਪਾਵਰ ਪਰਚੇਜ਼ ਐਗਰੀਮੈਂਟ ਵੀ ਉਸ ਦੌਰਾਨ ਹੀ ਸਾਈਨ ਹੋਏ ਸੀਗੇ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ GVK ਦਾ ਜਦ ਪਲਾਂਟ ਲੱਗ ਰਿਹਾ ਸੀਗਾ ਉਸ ਭੂਮੀ ਪੂਜਨ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਟੇਜ ਤੋਂ ਅਨਾਉਂਸਮੈਂਟ ਕੀਤੀ ਸੀ ਜੀ GVK ਜੀ ਜੇ ਟਾਈਮ ਤੇ ਹੈ ਪਲਾਂਟ ਤੁਸੀਂ ਬਣਾ ਦੋਗੇ ਤੇ ਲੋ 25 ਪੈਸੇ ਵੱਧ ਰੇਟ ਦੇਵਾਂਗੇ ਤੁਹਾਨੂੰ। ਯਾਨੀ ਪਾਵਰ ਪਰਚੇਜ਼ ਐਗਰੀਮੈਂਟ ਕਿਸ ਸੀਰੀਅਸਨੈਸ ਨਾਲ ਕੀਤਾ ਜਾ ਰਿਹਾ ਸੀ, ਇੱਕ ਸਿਆਸੀ ਸਟੇਜ ਤੋਂ 25 ਪੈਸੇ ਪਰ ਯੂਨਿਟ ਵੱਧ ਦੇਣ ਦੀ ਵੀ ਗੱਲਾਂ ਤੁਰੀ ਸੀਗੀ। ਔਰ ਉਸ ਤੋਂ ਬਾਅਦ 2017 ਦੇ ਵਿੱਚ ਸਰਕਾਰ ਆ ਜਾਂਦੀ ਹੈ ਕਾਂਗਰਸ ਦੀ ਔਰ ਉਸ ਤੋਂ ਪਹਿਲੇ ਜਦ ਲੀਡਰ ਆਫ ਆਪੋਜੀਸ਼ਨ ਹੁੰਦੇ ਨੇ ਸੁਨੀਲ ਜਾਖੜ ਹੋਣਾ ਤੇ ਉਹ ਘੱਟ ਤੋਂ ਘੱਟ 7 ਪ੍ਰੈਸ ਕਾਨਫਰੰਸ ਕਰਦੇ ਨੇ ਇਹਨਾਂ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰਨ ਵਾਸਤੇ ਔਰ ਕਿਸ ਤਰੀਕੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ। ਪਰ ਸਰਕਾਰ ਬਣਨ ਤੋਂ ਬਾਅਦ ਸਿਰਫ ਗੱਲਾਂ। ਅਤੁਲ ਨੰਦਾ ਜਿਹੜੇ ਐਡਵੋਕੇਟ ਜਨਰਲ ਸੀਗੇ ਉਹਨਾਂ ਨੇ ਸਾਫ਼ ਤੌਰ ਤੇ ਨਾ ਕਰਤਾ ਸੀ ਕਿ ਅਸੀਂ ਇਸ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਲੀਗਲੀ ਕਿਸੇ ਵੀ ਤਰੀਕੇ ਨਾਲ ਕੋਈ ਇੰਟਰਵੀਨ ਨਹੀਂ ਕਰ ਸਕਦੇ। ਪਰ ਉਸ ਤੋਂ ਬਾਅਦ ਵਾਈਟ ਪੇਪਰ ਲਿਆਉਣ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੀਤੀ ਤੇ ਜ਼ਰੂਰ ਸੀ ਪਰ ਉਹ ਵਾਈਟ ਪੇਪਰ ਕਦੀ ਵਿਧਾਨ ਸਭਾ ਦੇ ਵਿੱਚ ਲਿਆਇਆ ਨਹੀਂ ਗਿਆ। ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ ਜਿੱਥੇ ਅਸੀਂ 2017 ਤੋਂ ਪਹਿਲੇ ਖੜੇ ਸੀਗੇ ਔਰ ਇਹ ਗੱਲ ਚੱਲਦੀ ਹੈ ਕਿ ਕੇਂਦਰ ਦੀ ਨੀਤੀ ਦੇ ਹਿਸਾਬ ਨਾਲ ਇਹ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਬਣਾਏ ਗਏ ਸੀ ਪਰ ਇਹਦੇ ਵਿੱਚ ਕੁਝ ਪ੍ਰੋਵੀਜ਼ਨਸ ਚੇਂਜ ਕਰ ਦਿੱਤੇ ਗਏ ਸੀ। ਉਹਨਾਂ ਚੇਂਜ ਕੀਤੇ ਹੋਏ ਪ੍ਰੋਵੀਜ਼ਨਾਂ ਕਰਕੇ ਹੀ ਇਹਨਾਂ ਨੂੰ ਫਾਲਟੀ ਪਾਵਰ ਪਰਚੇਜ਼ ਐਗਰੀਮੈਂਟ ਕਿਹਾ ਜਾਂਦਾ ਹੈ। ਫਾਲਟ ਕੀ ਹੈ ਹਜੇ ਤੱਕ ਕਿਸੇ ਨੇ ਨਹੀਂ ਦੱਸਿਆ। ਉਸ ਫਾਲਟ ਨੂੰ ਕਿਸ ਤਰੀਕੇ ਨਾਲ ਦੂਰ ਕੀਤਾ ਜਾ ਸਕਦਾ ਹੈ ਇਹ ਵੀ ਨਹੀਂ ਦੱਸਿਆ। ਪਰ ਹੁਣ ਇਹ ਗੱਲ ਜ਼ਰੂਰ ਤੁਰ ਪਈ ਹੈ ਕਿ ਜਿਨ੍ਹਾਂ ਅਫਸਰਾਂ ਦੇ ਅਧੀਨ ਇਹ ਪਾਵਰ ਪਰਚੇਜ਼ ਐਗਰੀਮੈਂਟ ਦੇ ਡਰਾਫਟ ਬਣੇ ਸੀਗੇ, ਜਿਨ੍ਹਾਂ ਅਫਸਰਾਂ ਦੇ ਸਾਈਨ ਹੋਏ ਸੀਗੇ, ਉਹਨਾਂ ਦੇ ਉੱਤੇ ਤਲਵਾਰ ਟੰਗਣ ਦੀ ਤਿਆਰੀ ਹੋ ਰਹੀ ਹੈ। ਪਰ ਇਹ ਤੇ
ਪਤਾ ਕਰਨਾ ਕੋਈ ਔਖਾ ਨਹੀਂ ਕਿ ਕਿਹਨਾਂ ਨੇ ਸਾਈਨ ਕੀਤੇ ਸੀ। ਮੇਰੇ ਖਿਆਲ ਨਾਲ 10 ਮਿੰਟ ਦੇ ਵਿੱਚ ਜੇ ਮੁੱਖ ਮੰਤਰੀ ਦਫ਼ਤਰ ਦੇ ਹੁਕਮ ਹੋਣ ਤੇ ਇਹ ਗੱਲ ਨਿਕਲ ਕੇ ਆ ਜਾਏਗੀ ਵੀ ਅਫਸਰ ਕਿਹੜੇ ਸੀਗੇ। ਪਰ ਜਿਸ ਤਰੀਕੇ ਨਾਲ ਉਹਨਾਂ ਅਫਸਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਵੀ ਉਸ ਮੁੱਦੇ ਦੇ ਉੱਤੇ ਸਿਰਫ ਰਾਜਨੀਤੀ ਹੋ ਰਹੀ ਹੈ। ਸਾਈਨਿੰਗ ਅਥਾਰਟੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਪ੍ਰਵਾਨਗੀਆਂ ਕੌਣ ਦੇ ਰਿਹਾ ਸੀਗਾ, ਔਰ ਵੇਖਣ ਵਾਲੀ ਗੱਲ ਹੈ ਕਿ ਰੈਗੂਲੇਟਰ ਦਾ ਰੋਲ ਕੀ ਸੀਗਾ, ਔਰ ਉਸ ਵੇਲੇ ਕਿਹੜੇ ਅਧਿਕਾਰੀ ਜਿਹੜੇ ਆਪਣੀਆਂ ਨੌਕਰੀਆਂ ਤੋਂ ਬਾਅਦ ਇਹ ਅਹੁਦੇ ਗ੍ਰਹਿਣ ਕਰ ਲੈਂਦੇ ਆ, ਉਹਨਾਂ ਨੇ ਕੀ ਰੋਲ ਨਿਭਾਇਆ, ਕੀ ਉਹਨਾਂ ਨੇ ਰਿਕਾਰਡ ਤੇ ਰੱਖਿਆ। ਜਿੱਦਾਂ ਅੱਜ ਕੱਲ ਦੇ ਆਈਐਸ ਅਫਸਰ ਨੋਟਿੰਗ 'ਚ ਹੀ ਦੇ ਦਿੰਦੇ ਆ ਕਿ ਫਲਾਣੇ ਨਾ ਹੋਏਗਾ। ਐਕਸਾਈਜ਼ ਪਾਲਿਸੀ 'ਚ ਇਹੀ ਕੁਝ ਤਾਂ ਹੋ ਰਿਹਾ ਦਿੱਲੀ 'ਚ। ਇੱਥੇ ਸਾਡੇ ਅਧਿਕਾਰੀਆਂ ਨੇ ਵੀ, ਵਰਨ ਰੋਜਮ ਤੋਂ ਲੈ ਕੇ ਬਾਕੀਆਂ ਨੇ ਵੀ, ਹਰ ਚੀਜ਼ ਨੋਟਿੰਗ 'ਚ ਲੈਣ ਦੀ ਬਣਦਾ ਹੈ। ਜਦੋਂ ਤੁਹਾਨੂੰ ਕਿਸੇ ਨੇ ਫੋਨ ਕਰਕੇ ਕਹਿਤਾ ਵੀ ਆ ਕਰੋ, ਤੁਸੀਂ ਲਿਖ ਦਿੰਦੇ ਹੋ ਕਿ ਇੰਨੇ ਵੱਜ ਕੇ ਇੰਨੇ ਮਿੰਟ ਤੇ ਫਲਾਣੇ ਬੰਦੇ ਦਾ ਫੋਨ ਆਇਆ, ਉਹਨੇ ਮੈਨੂੰ ਆ ਕਿਹਾ, ਉਹਦੇ ਆਧਾਰ ਤੇ ਮੈਂ ਇਹ ਗੱਲ ਕਰ ਰਿਹਾ। ਪਰ ਇਹਦੇ 'ਚ ਇੱਕ ਹੋਰ ਚੀਜ਼ ਆ, ਤੁਸੀਂ ਕਿਵੇਂ ਕਰ ਸਕਦੇ ਹੋ ਨਾ, ਜਦੋਂ ਤੁਸੀਂ ਸਹੁੰ ਚੁੱਕ ਕੇ ਆਉਂਦੇ ਹੋ ਕਿ ਤੁਸੀਂ ਆਪਣੇ ਤੁਹਾਡੇ ਅਹੁਦੇ ਅਨੁਸਾਰ ਜਿਹੜੀਆਂ ਤੁਹਾਡੀਆਂ ਲਿਮਿਟੇਸ਼ਨਸ ਨੇ, ਜਿਹੜੀਆਂ ਤੁਹਾਡੀਆਂ ਪਾਵਰਸ ਨੇ, ਡਿਸਕ੍ਰਿਸ਼ਨਸ ਨੇ, ਉਹਨਾਂ ਤੋਂ ਅੱਗੇ ਪਿੱਛੇ ਨਹੀਂ ਜਾਓਗੇ। ਸੋ ਜੇ ਕਿਸੇ ਨੇ ਤੁਹਾਨੂੰ ਗਲਤ ਕੰਮ ਕਰਨ ਲਈ ਕਹਿਤਾ ਤੇ ਤੁਸੀਂ ਆਪਣਾ ਜਿਹੜਾ ਸਿਰਾ ਸੋਲੀ 'ਚ ਫਸਾਤਾ, ਕਿਉਂ ਫਸਾਇਆ? ਇਹਦੇ ਉੱਤੇ ਜਾਂਚ ਨਿੱਠ ਕੇ ਹੋਣੀ ਚਾਹੀਦੀ ਹੈ ਕਿ ਕਮੀ ਕਿੱਥੇ ਹੈ। ਜੇ ਨਹੀਂ ਕਮੀ ਤੇ ਇਹ ਬਹਿਸ ਬੰਦ ਹੋਣੀ ਚਾਹੀਦੀ ਹੈ। ਜੇ ਕਮੀ ਆ ਤੇ ਉਸ ਵੇਲੇ ਦੇ ਉਹਨਾਂ ਸਾਰੇ ਲੋਕਾਂ ਦੇ ਚਿਹਰੇ ਨੰਗੇ ਬੇਨਕਾਬ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਆਪਣੇ ਨਿੱਜੀ ਹਿੱਤ, ਆਪਣੇ ਪੋਲੀਟੀਕਲ ਹਿੱਤ ਜਾਂ ਬਾਕੀ ਚੀਜ਼ਾਂ ਨਾਲ, ਪੰਜਾਬ ਦੇ ਹਿੱਤਾਂ ਨਾਲ ਖਲਵਾੜ ਕੀਤਾ। ਮੈਂ ਇਹ ਸਾਰੀਆਂ ਗੱਲਾਂ ਤੇ ਜਾਊਂਗਾ। ਭਾਸਕਰ ਸਾਹਿਬ, ਇੱਕ ਛੋਟੀ ਜਿਹੀ ਜਾਣਕਾਰੀ ਦਿਓ। ਮਨੀਸ਼ ਸਿਸੋਦੀਆ ਨੂੰ ਫਿਰ 26 ਤਰੀਕ ਨੂੰ ਸਮਨ ਕਰ ਲਿਆ। ਮੈਨੂੰ ਲੱਗਦਾ ਇਹਨਾਂ ਦਾ ਇਰਾਦਾ ਬੰਦੇ ਨੂੰ ਅੰਦਰ ਦੇਣ ਦਾ ਤਾਂ ਨਹੀਂ ਬਣਦਾ। ਸਾਨੂੰ ਨਹੀਂ ਪਤਾ ਉਂਝ ਸੀਬੀਆਈ ਕੀ ਕਰਨ ਵਾਲੀ ਹੈ, ਪਰ ਉਹਨੇ ਸਮਾਂ ਮੰਗਿਆ ਸੀਗਾ ਔਰ ਇਹ ਵੀ ਰੋਣਾ ਰੋਇਆ ਸੀ ਕਿ ਮੈਂ ਤਾਂ ਏਜੰਸੀਆਂ ਨੂੰ ਕੋਆਪਰੇਟ ਕਰਦਾ ਰਿਹਾ, ਹੁਣ ਮੈਂ ਬਜਟ ਬਣਾ ਰਿਹਾ, ਰੁੱਝਿਆ। ਅਗਲੇ ਕਹਿੰਦੇ ਜਾਓ, ਦਿਖਾਈ ਉਦਾਰਤਾ, ਤੁਹਾਨੂੰ ਹਫ਼ਤਾ ਦਿੱਤਾ। 26 ਨੂੰ ਸੱਦਿਆ, 26 ਨੂੰ ਚੰਦ ਤਾਂ ਨਹੀਂ ਚੜਾ ਦੇਣਗੇ ਫੜ ਕੇ। ਡੈਪਟੀ ਸੀਐਮ, ਪੂਰੇ ਮੁੱਖ ਮੰਤਰੀ ਵਰਗਾ ਡੈਪਟੀ ਸੀਐਮ ਹੈ ਦਿੱਲੀ ਦਾ, ਤੇ ਪੰਜਾਬ ਦੇ ਵਿੱਚ ਵੀ ਇਹਦਾ ਅਸਰ ਹੈ, ਕਿਤੇ ਅੰਦਰ ਦੇ ਦੇਣਗੇ ਤੇ ਨੁਕਸਾਨ ਹੁੰਦਾ ਜੀ। ਤੁਸੀਂ ਦੱਸਿਓ ਜ਼ਰਾ ਮੈਨੂੰ ਇੱਥੇ। ਸੀਬੀਆਈ ਨੇ ਮਨੀਸ਼ ਸਿਸੋਦੀਆ ਉਹਨਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਹੁਣ ਮਹੂਰਤ ਕੱਢਿਆ ਸੀਗਾ 19 ਤਰੀਕ ਦਾ, ਜਦ ਦੁਬਾਰਾ ਸੀਬੀਆਈ ਨੇ ਉਹਨਾਂ ਨੂੰ ਬੁਲਾਇਆ। ਹਫ਼ਤੇ ਦਾ ਟਾਈਮ ਮੰਗ ਲਿਆ। ਕਹਿੰਦੇ ਮੈਂ ਬਜਟ ਬਣਾ ਰਿਹਾ ਮਨੀਸ਼ ਸਿਸੋਦੀਆ ਉਹਨਾਂ, ਇਸ ਕਰਕੇ ਮੈਂ ਬਜਟ ਬਣਾਉਣ ਤੋਂ ਬਾਅਦ ਪੇਸ਼ ਹੋ ਸਕਦਾ ਨਾ। ਹਫ਼ਤੇ ਦਾ ਟਾਈਮ, ਔਰ ਠੀਕ ਹਫ਼ਤੇ ਦਾ ਹੀ ਟਾਈਮ ਦਿੱਤਾ ਸੀਬੀਆਈ ਨੇ, ਯਾਨੀ ਅਗਲੇ ਸੰਡੇ ਸੱਦ ਲਿਆ, 11 ਵਜੇ ਦਾ ਟਾਈਮ ਰੱਖਿਆ। ਔਰ ਇਹ ਕਨਸੋਵੀ ਕਾਫੀ ਜ਼ਿਆਦਾ ਸਿਆਸੀ ਗਲਿਆਰਿਆਂ ਦੇ ਵਿੱਚ ਚੱਲ ਰਹੀ ਸੀ ਕਿ ਇਸ ਪੇਸ਼ੀ ਦੇ ਦੌਰਾਨ ਮਨੀਸ਼ ਸਿਸੋਦੀਆ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਹੈ। ਹੁਣ ਅਰੈਸਟ ਕਰਨ ਤੋਂ ਪਹਿਲੇ ਸਾਰੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ, ਪਰ ਮੁਸੀਬਤਾਂ ਮਨੀਸ਼ ਸਿਸੋਦੀਆ ਉਹਨਾਂ ਦੀ ਵੱਧਦੀ ਨਜ਼ਰ ਆ ਰਹੀਆਂ। ਔਰ ਇਹ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਵੀ ਕਿਹਾ ਕਿ ਮੈਨੂੰ ਪਤਾ ਹੈ ਕਿ ਐਤਕੀ ਸ਼ਾਇਦ ਮੈਨੂੰ ਅਰੈਸਟ ਕਰ ਲਿੱਤਾ ਜਾਏਗਾ। ਔਰ ਇਸ ਤੋਂ ਪਹਿਲੇ ਸੀਬੀਆਈ ਔਰ ਈਡੀ ਐਕਸਾਈਜ਼ ਪਾਲਿਸੀ ਦੇ ਮਾਮਲੇ ਦੇ ਵਿੱਚ ਲਗਾਤਾਰ ਬੰਦੇ ਫੜ ਰਹੀ ਸੀਗੀ। ਉਸ ਸੀਬੀਆਈ ਦੀ ਹੀ ਚਾਰਜਸ਼ੀਟ ਦੇ ਵਿੱਚ ਜਿਨ੍ਹਾਂ ਦੇ ਨਾਂ ਸੀਗੇ, ਦਿਨੇਸ਼ ਅਰੋੜਾ ਤੋਂ ਲੈ ਕੇ ਅਮਿਤ ਅਰੋੜਾ, ਫਿਰ ਗੌਤਮ ਮਲਹੋਤਰਾ, ਫਿਰ ਰਾਜੇਸ਼ ਜੋਸ਼ੀ, ਫਿਰ ਉਹ ਬੁੱਚੀ ਬਾਬੂ, ਯਾਨੀ ਕਾਫੀ ਸਾਰੇ ਬੰਦਿਆਂ ਦੇ ਉੱਤੇ ਤੇ ਸੀਬੀਆਈ ਜਾਂ ਈਡੀ ਹੱਥ ਫੇਰ ਚੁੱਕੀ ਹੈ। ਹੁਣ ਮਨੀਸ਼ ਸਿਸੋਦੀਆ ਉਹਨਾਂ ਦੀ ਵਾਰੀ ਹੈ। ਮੁਸੀਬਤਾਂ ਉਹਨਾਂ ਦੀ ਵੱਧ ਸਕਦੀ ਹੈ। 26 ਤਰੀਕ ਨੂੰ ਉਹਨਾਂ ਨੂੰ ਜਾਣਾ ਹੀ ਪਏਗਾ ਕਿਉਂਕਿ ਉਹਨਾਂ ਨੇ ਹਫ਼ਤੇ ਦਾ ਟਾਈਮ ਆਪ ਮੰਗਿਆ ਸੀਗਾ ਜੀ। ਇਹਦੇ ਵਿੱਚ ਜਿਹੜੇ ਤੁਸੀਂ ਸੀਬੀਆਈ ਦੀ ਐਫਆਈਆਰ ਦੇ ਵਿੱਚ ਨਾਂ ਦੱਸ ਰਹੇ ਹੋ, ਮੈਨੂੰ ਲੱਗਦਾ ਕਿ ਨਹੀਂ, ਉਹ ਈਡੀ ਦੇ ਵਿੱਚ ਜ਼ਿਕਰ ਸੀਗਾ। ਇਹ ਜਿਹੜੀ ਅਰੈਸਟ ਹੈਗੀ ਆ ਉਹ ਈਡੀ ਨੇ ਕੀਤੀ ਹੈ, ਪਰ ਇਹਨਾਂ ਵਿੱਚੋਂ ਕੁਝ ਨਾਂ ਸੀਬੀਆਈ ਦੀ ਚਾਰਜਸ਼ੀਟ ਦੇ ਵਿੱਚ ਵੀ ਸੀਗੇ, ਜਿੱਦਾਂ ਵਿਜੇ ਨਾਇਰ, ਦਿਨੇਸ਼ ਅਰੋੜਾ, ਅਮਿਤ ਅਰੋੜਾ, ਇਹ ਨਾਂ ਸੀਬੀਆਈ ਦੀ ਚਾਰਜਸ਼ੀਟ ਦੇ ਵਿੱਚ ਵੀ ਸੀਗੇ, ਭਾਵੇਂ ਈਡੀ ਨੇ ਇਹਨਾਂ ਨੂੰ ਹਜੇ ਤੱਕ ਅਰੈਸਟ ਕੀਤਾ ਹੈ। ਹਾਂ, ਇਹ ਕੁਝ ਨਾਂ ਹੈਗੇ ਆ, ਸਾਰੇ ਨਾਵਾਂ ਦਾ ਸੀ, ਕਿਉਂਕਿ ਇਹ ਦੋ ਅਲੱਗ-ਅਲੱਗ ਇੱਕੋ ਮਾਮਲੇ 'ਚ ਐਫਆਈਆਰਸ ਨੇ ਔਰ ਦੋ ਅਲੱਗ-ਅਲੱਗ ਕੇਸ ਅੱਗੇ ਵਧਾਏ ਜਾ ਰਹੇ। ਹੁਣ ਤੱਕ ਜ਼ਿਆਦਾ ਸਰਗਰਮ ਕਾਰਵਾਈ ਈਡੀ ਦੀ ਸੀ ਔਰ ਈਡੀ ਨੇ ਬੰਦਿਆਂ ਦੀ ਗ੍ਰਿਫਤਾਰੀ ਪਾਈ ਸੀ। ਹੁਣ ਸੀਬੀਆਈ ਜੇ ਐਕਟ ਕਰ ਰਹੀ ਹੈ ਤਾਂ ਮਤਲਬ ਈਡੀ ਤੋਂ ਮਿਲੇ ਦਸਤਾਵੇਜ਼ ਵੀ ਸੀਬੀਆਈ ਖੰਗਾਲ ਕੇ ਉਸ ਤੋਂ ਬਾਅਦ ਨਵੇਂ ਸਿਰਿਓਂ ਅੱਗੇ ਵਧ ਰਹੀ ਹੈ। ਮੈਂ ਕਿਉਂਕਿ ਇੰਦਰਪ੍ਰੀਤ ਜੀ ਤੁਸੀਂ ਬੈਠੇ ਹੋ ਬਾਹਰ, ਦੇਖੋ ਪੰਜਾਬ ਵਿਧਾਨ ਸਭਾ ਵੱਲੋਂ ਇੰਦਰਪ੍ਰੀਤ ਜੀ ਸੈਰ ਤੇ ਨਿਕਲੇ ਹੋਏ ਨੇ, ਅੰਡੇਮਨ ਤੋਂ ਜਾ ਕੇ ਆਏ ਨੇ। ਉੱਥੇ ਤਾਂ ਇੰਟਰਨੈਟ ਨਹੀਂ ਸੀ ਚੱਲਦਾ, ਇਸ ਕਰਕੇ ਸਾਡਾ ਰਾਬਤਾ ਵੀ ਨਹੀਂ ਬਣ ਸਕਿਆ। ਅੱਜ ਮਹਾਰਾਸ਼ਟਰ ਦੇ ਵਿੱਚ ਮੁੰਬਈ 'ਚ ਨੇ, ਅੱਜ ਉੱਥੇ ਵਿਧਾਨ ਸਭਾ ਦੇਖਣਗੇ। ਅੱਜ ਵੀ ਜੇ ਤੁਹਾਨੂੰ ਕੱਟ ਕੇ ਆਵਾਜ਼ ਮਿਲਦੀ ਹੋਵੇ ਤਾਂ ਤੁਸੀਂ ਬਹੁਤਾ ਦਿਲ ਤੇ ਨਾ ਲਾਇਓ, ਗੱਲ ਜਮਾ ਜੋੜ ਕਰਕੇ ਪੂਰੀ ਹੋ ਜੂ। ਪੰਜਾਬੀ ਭਾਸ਼ਾ ਦੇ ਨਜ਼ਰੀਏ ਤੋਂ ਇੰਦਰਪ੍ਰੀਤ ਜੀ, ਜੇ ਅੱਜ ਕਿਸੇ ਦਾ ਸਾਈਨ ਬੋਰਡ ਪੰਜਾਬੀ ਦੇ ਵਿੱਚ ਨਹੀਂ ਹੁੰਦਾ, ਜਿਹੜਾ ਕਿ ਲਗਭਗ ਕਿਤੇ 1% ਲੋਕਾਂ ਨੇ ਤੇ ਭਾਵੇਂ ਸਰਕਾਰ ਦੀ ਉਸ ਮੁਹਿੰਮ ਨੂੰ ਹੁੰਗਾਰਾ ਭਰਿਆ ਹੋਵੇ,
ਮੈਨੂੰ ਨਹੀਂ ਲੱਗਿਆ ਕਿਤੇ ਕਿਸੇ ਮਾਰਕੀਟ ਦੇ ਵਿੱਚ ਕਿਸੇ ਹੋਰ ਜਗ੍ਹਾ ਤੇ ਕੋਈ ਦ੍ਰਿਸ਼ ਬਦਲਿਆ। ਪਰ ਜੇਕਰ ਅਥਾਰਟੀਜ਼ ਅੱਜ ਇਸ ਗੱਲ ਨੂੰ ਸੀਰੀਅਸ ਲੈ ਜਾਂਦੀਆਂ ਕਿ ਸਾਡੇ ਮੁੱਖ ਮੰਤਰੀ ਦੀ ਤੁਸੀਂ ਸੁਣਦੇ ਹੀ ਨਹੀਂ ਬਈ, ਤੁਸੀਂ ਆਪਣੀ ਮਾਂ ਬੋਲੀ ਪ੍ਰਤੀ ਸਮਰਪਿਤ ਹੀ ਨਹੀਂ, ਤੇ ਫਿਰ ਉਸ ਸਥਿਤੀ ਦੇ ਵਿੱਚ ਸਾਡਾ ਐਕਟ ਕਿੰਨੀ ਕੁ ਕਾਰਵਾਈ ਕਰਨ ਦੀ ਇਜਾਜ਼ਤ ਦਿੰਦਾ? ਕਿ ਜੁਰਮਾਨੇ ਹੋ ਸਕਦੇ ਆ ਲੋਕਾਂ ਨੂੰ, ਜਾਂ ਇਹਦੇ ਚ ਹੋਰ ਵੀ ਸਜ਼ਾ ਦੇ ਪ੍ਰਾਵਧਾਨ ਆ? ਦੱਸਿਓ। ਪੰਜਾਬੀ ਭਾਸ਼ਾ ਦਾ ਜਿਹੜਾ ਐਕਟ ਆ ਉਹ ਸਾਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਕਿੰਨੀ ਕੁ ਇਜਾਜ਼ਤ ਦਿੰਦਾ, ਜਾਂ ਇੱਕ ਆਮ ਬੰਦਾ ਕਿਵੇਂ ਸਮਝੇ ਕਿ ਜੇ ਮੈਂ ਬੋਰਡ ਨਹੀਂ ਬਦਲਿਆ ਤੇ ਕਿਤੇ ਅੱਜ ਮੇਰੇ ਨਾਲ ਜੱਗੋ ਤੇਰ ਵੀ ਨਾ ਹੋ ਜਾਏ? ਰੰਧਾਵਾ ਜੀ, ਇਹ ਜਿਹੜੇ ਹੈਗੇ ਨੇ ਨਾ, 2 ਐਕਟ ਇਕੱਠੇ ਹੀ ਪਾਸ ਹੋਏ ਸੀ ਇੱਕ ਸੇਮ ਡੇ ਹੀ। ਇੱਕ ਕਰਮਚਾਰੀਆਂ ਵਾਸਤੇ ਸੀਗਾ ਕਿ ਕਰਮਚਾਰੀ ਅਧਿਕਾਰੀ ਇਹ ਸਾਰੇ ਕੰਮ ਜਿਹੜੇ ਹੈਗੇ ਆ ਉਹ ਪੰਜਾਬੀ 'ਚ ਕਰਨਗੇ, ਔਰ ਦੂਸਰਾ ਐਕਟ ਸੀ ਪੰਜਾਬੀ ਨੂੰ ਸਕੂਲਾਂ ਦੇ ਵਿੱਚ, ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਪੜ੍ਹਾਇਆ ਜਾਏਗਾ ਜਿਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਹੈ। ਲੇਕਿਨ ਜਿਹੜਾ ਆਲਰੇਡੀ ਇੱਕ ਐਕਟ, ਰਾਜ ਭਾਸ਼ਾ ਐਕਟ ਪਹਿਲਾਂ ਤੋਂ ਹੀ ਪੰਜਾਬ ਦੇ ਵਿੱਚ ਕੰਮ ਕਰ ਰਿਹਾ, ਬਹੁਤ ਪੁਰਾਣਾ ਐਕਟ ਹੈ ਉਹ, ਔਰ ਉਹ ਸਾਰੀਆਂ ਸਟੇਟਾਂ ਦੇ ਵਿੱਚ ਹੀ ਹੈ। ਉਹਦੇ ਵਿੱਚ ਇਹ ਹੈ ਵੀ ਤੁਸੀਂ ਸਾਈਨ ਬੋਰਡ ਆਪਣੇ ਪੰਜਾਬੀ 'ਚ ਜਾਂ ਆਪਣੀ ਮਾਂ ਬੋਲੀ 'ਚ ਜੋ ਵੀ ਹੈ ਜਿਹੜੀ ਸਟੇਟ ਦੀ ਹੈਗੀ ਹੈ ਉਹਦੇ 'ਚ ਲਗਾਓਗੇ ਤਾਂ ਉਹਦੇ 'ਚ ਸਜ਼ਾ ਨਹੀਂ ਹੈ ਕੋਈ। ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਸਜ਼ਾ ਦੋਗੇ, ਕਿਉਂਕਿ ਮੈਂ ਉਹ ਜੋ ਡਾਊਨਲੋਡ ਕੀਤਾ ਜਦੋਂ ਐਕਟ, ਉਹ ਪੁਰਾਣਾ ਐਕਟ ਹੈ, ਉਹਦੇ 'ਚ ਸਿਰਫ ਇਹ ਹੈ ਕਿ ਲਗਾਇਆ ਜਾਏਗਾ, ਉਹਨਾਂ ਨੂੰ ਜਾਗਰੂਕ ਕੀਤਾ ਜਾਏਗਾ, ਇਸ ਤਰ੍ਹਾਂ ਦੀਆਂ ਗੱਲਾਂ ਹੀ ਜ਼ਿਆਦਾ ਨੇ। ਮਤਲਬ ਸਜ਼ਾ ਨਹੀਂ ਤੁਸੀਂ ਦੋਗੇ। ਈਵਨ ਦੋ ਜਿਹੜੀਆਂ ਇਹਦੇ 2008 ਚ ਜਿਹੜਾ ਐਕਟ ਬਣਿਆ ਸੀ, ਉਸ ਤੋਂ ਬਾਅਦ 12 ਚ ਫਿਰ ਅਮੈਂਡਮੈਂਟ ਆਈ, ਉਹਦੇ ਵਿੱਚ ਵੀ ਇਹ ਇਸ ਗੱਲ ਦੀ ਵੀ ਘਾਟ ਸੀ ਕਿ ਜਿਹੜੇ ਬੰਦੇ ਇਹ ਨਹੀਂ ਕਰਦੇ ਫਿਰ ਉਹਨਾਂ ਲਈ ਕਰਨਾ ਕੀ ਹੈ। ਈਵਨ ਕਰਮਚਾਰੀਆਂ ਲਈ ਵੀ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਤੁਹਾਡੀ ACR ਦੇ ਵਿੱਚ ਤੁਹਾਨੂੰ ਮਰਜ ਕੀਤਾ ਕੀਤਾ ਜਾਏਗਾ ਕਿ ਹਾਂ ਤੁਸੀਂ ਪੰਜਾਬੀ ਦੇ ਵਿੱਚ ਕੰਮ ਨਹੀਂ ਕਰ ਰਹੇ। ਸੋ ਇਹਦੇ ਵਿੱਚ ਥੋੜੀਆਂ ਜਿਹੀਆਂ ਮਤਲਬ ਕਮੀਆਂ ਪੇਸ਼ੀਆਂ ਹੈਗੀਆਂ ਨੇ ਐਕਟ ਦੇ ਵਿੱਚ, ਜਿਸ ਕਰਕੇ ਇਹ ਪ੍ਰੋਪਰਲੀ ਲਾਗੂ ਨਹੀਂ ਹੋ ਰਿਹਾ। ਦੂਸਰਾ, ਮੇਰੀ ਇੱਕ ਹੋਰ ਰਿਜ਼ਰਵੇਸ਼ਨ ਇਹਦੇ 'ਚ ਇਹ ਵੀ ਹੈਗੀ ਹੈ ਕਿ ਕੋਈ ਵੀ ਐਕਟ ਜਿਹੜਾ ਹੈਗਾ ਉਹ ਖਾਸ ਤੌਰ ਤੇ ਭਾਸ਼ਾ ਵਾਲਾ ਐਕਟ ਉਦੋਂ ਤੱਕ ਲਾਗੂ ਨਹੀਂ ਚੰਗੀ ਤਰ੍ਹਾਂ ਹੋ ਸਕਦਾ ਜਦੋਂ ਤੱਕ ਉਹ ਰੁਜ਼ਗਾਰ ਦਾ ਹਿੱਸਾ ਨਹੀਂ ਬਣਦਾ। ਹੁਣ ਜਦੋਂ ਅਸੀਂ ਪੰਜਾਬੀ ਨੂੰ ਰੁਜ਼ਗਾਰ ਦਾ ਹਿੱਸਾ ਹੀ ਨਹੀਂ ਬਣਾ ਰਹੇ ਤਾਂ ਫਿਰ ਇਸ ਦੇ ਵਿੱਚ ਮੈਂ ਜਾਊਂਗਾ ਹੀ ਕਿਉਂ? ਮੈਂ ਆਪਣੇ ਬੱਚੇ ਨੂੰ ਕਿਉਂ ਪੜਾਊਂਗਾ ਪੰਜਾਬੀ ਜਦੋਂ ਮੈਨੂੰ ਪਤਾ ਵੀ ਉਹਦੇ 'ਚ ਤੈਨੂੰ ਨੌਕਰੀ ਉਹ ਨਹੀਂ ਮਿਲ ਰਹੀ? ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਉਹ ਦੱਸਦਾ ਕਿ ਜੇ ਅਸੀਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ ਕਿ ਜੇ ਅਸੀਂ ਅਦਾਲਤਾਂ ਦਾ ਹੀ ਕੰਮ ਅਸੀਂ ਪੰਜਾਬੀ 'ਚ ਕਰਨਾ ਹੈ, ਜਿਹੜੀਆਂ ਸਬੋਰਡੀਨੇਟ ਅਦਾਲਤਾਂ ਹੈਗੀਆਂ ਨੇ ਸਾਡੀਆਂ ਥੱਲੜੀਆਂ, ਉਹਦੇ 'ਚ ਸਾਨੂੰ 2000 ਬੰਦਾ ਚਾਹੀਦਾ ਹੈ ਅਨੁਵਾਦਕ ਦੇ ਤੌਰ ਤੇ। ਮਤਲਬ ਉਹ ਚਾਹੇ ਭਾਸ਼ਾ ਵਿਭਾਗ 'ਚ ਰੱਖਿਆ ਜਾਏ ਜਾਂ ਕਿਸੇ ਹੋਰ 'ਚ ਰੱਖਿਆ ਜਾਏ, ਸਾਨੂੰ 2000 ਬੰਦਾ ਚਾਹੀਦਾ। ਜਦੋਂ ਹੀ ਇਹ ਗੱਲ ਆਈ ਕਿ 2000 ਬੰਦਾ ਚਾਹੀਦਾ ਹੈ, ਅਸੀਂ ਇਹ ਸਾਰਾ ਕੁਝ ਢਿੱਲਾ ਕਰਤਾ। ਮੇਰਾ ਇੱਥੇ ਇਹੀ ਸੀਗਾ ਵੀ ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ, ਪੰਜਾਬੀ ਦੇ ਵਿੱਚ ਇੱਕੋ ਯੂਨੀਵਰਸਿਟੀ ਹੈ, ਪੂਰੇ ਕੰਟਰੀ ਦੇ ਵਿੱਚ ਇੱਕੋ ਯੂਨੀਵਰਸਿਟੀ ਹੈ ਜਿਹੜੀ ਪੰਜਾਬੀ ਭਾਸ਼ਾ ਦੇ ਨਾਮ ਦੇ ਉੱਤੇ ਹੈ, ਤਾਂ ਅਸੀਂ ਉਹਦੇ ਡਿਪਾਰਟਮੈਂਟਸ ਵੀ ਬੰਦ ਕਰਵਾਏ ਹੋਏ ਨੇ ਕਿਉਂਕਿ ਅਸੀਂ ਪੈਸਾ ਹੀ ਨਹੀਂ ਦੇ ਪਾ ਰਹੇ। ਭਾਸ਼ਾ ਵਿਭਾਗ 'ਚ ਸਾਡੇ ਅਨੁਵਾਦਕਾਂ ਦੀ ਲਗਭਗ ਪੋਸਟਾਂ ਖਾਲੀ ਹੋ ਚੁੱਕੀਆਂ। ਹੁਣ ਉਹ ਨਵਾਂ ਕੋਈ ਵੀ ਅੱਛਾ ਟ੍ਰਾਂਸਲੇਸ਼ਨ ਸਾਹਿਤ ਨਹੀਂ ਕਰ ਰਹੇ। ਜਦੋਂ ਉਹ ਰੁਜ਼ਗਾਰ ਹੀ ਨਹੀਂ ਹੈ ਉਸ ਭਾਸ਼ਾ ਦੇ ਵਿੱਚ, ਤਾਂ ਮੈਨੂੰ ਦੱਸੋ ਕਿ ਕੌਣ ਇਸ ਭਾਸ਼ਾ ਨੂੰ ਪੜ੍ਹੇਗਾ? ਇੱਕ ਬਹੁਤ ਇੰਟਰਸਟਿੰਗ ਗੱਲ ਜਿਹੜੀ ਤੁਸੀਂ ਕਹੀ ਕਿ ਅਸੀਂ ਮਹਾਰਾਸ਼ਟਰ ਦੇ ਵਿੱਚ ਅਸੀਂ ਇੱਥੇ ਆਏ, ਮੈਂ ਕੱਲ ਸਾਡੀ ਇੱਕ ਫਲਾਈਟ ਸੀ ਕੋਲਕਾਤਾ ਵਾਇਆ ਬੰਬਈ ਆਈ, ਉਹ ਇੱਕ ਜਿਹੜਾ ਉੱਥੇ 에ਅਰਪੋਰਟ ਹੈ ਉਹ ਅੰਡਮਾਨ ਦਾ ਵਾਲਾ, ਉਹ ਬੰਦ ਹੋ ਗਿਆ 5 ਦਿਨ ਵਾਸਤੇ, ਇਸ ਕਰਕੇ ਫਲਾਈਟ ਵਾਇਆ ਆ ਰਹੀਆਂ ਨੇ। ਤਾਂ ਕੱਲ ਅਸੀਂ ਕੋਲਕਾਤਾ ਪਹਿਲਾਂ ਦੇਖਿਆ, ਸਾਰੇ ਜਿੰਨੇ ਉੱਥੇ 에ਅਰਪੋਰਟ ਦੇ ਉਹ ਸਾਈਨ ਬੋਰਡ ਨੇ, ਈਵਨ ਸਾਡੀ ਪੰਜਾਬ ਸਰਕਾਰ ਦੇ ਉੱਥੇ ਸਬਮਿਟ ਨੂੰ ਲੈ ਕੇ ਬਹੁਤ ਸਾਰੇ ਸਾਈਨ ਬੋਰਡ ਮੈਨੂੰ ਦਿਖੇ ਹੈ, ਇੱਥੇ ਵੀ ਬੰਬੇ 에ਅਰਪੋਰਟ ਤੇ ਵੀ ਦਿਖੇ ਹੈ, ਸਾਰੇ ਦੇ ਸਾਰੇ ਅੰਗਰੇਜ਼ੀ ਦੇ ਵਿੱਚ ਨੇ। ਕੋਈ ਵੀ ਮਤਲਬ ਸਾਈਨ ਬੋਰਡ ਪੰਜਾਬੀ ਦੇ ਵਿੱਚ ਨਹੀਂ ਹੈਗਾ, ਜਾਂ ਹਿੰਦੀ 'ਚ ਨਹੀਂ ਹੈ, ਜਾਂ ਇੱਥੇ ਦੀ ਭਾਸ਼ਾ ਦੇ ਵਿੱਚ ਨਹੀਂ ਹੈ। ਤਾਂ ਜਿਹੜੇ ਦੂਸਰੇ ਨੇ ਮਤਲਬ ਹੋਰ ਵੀ ਸਟੇਟਾਂ ਦੇ ਲੱਗੇ ਹੋਏ ਨੇ, ਤੇਲੰਗਾਨਾ ਵਾਲਿਆਂ ਨੇ ਵੀ ਆਪਣਾ ਇੱਥੇ ਲਗਾਇਆ ਹੋਇਆ ਕਿ ਉਹਨਾਂ ਦੀ ਵੀ ਸਬਮਿਟ ਹੋ ਰਹੀ ਹੈ, ਉਹਨਾਂ ਨੇ ਸਾਰਿਆਂ ਨੇ ਆਪਣੀ ਭਾਸ਼ਾ ਦੇ ਵਿੱਚ ਲਗਾਇਆ ਹੋਇਆ, ਕਿਸੇ ਨੇ ਹੋਰ 'ਚ ਨਹੀਂ ਲਗਾਇਆ। ਮਤਲਬ ਅੰਗਰੇਜ਼ੀ ਵਿੱਚ ਵੀ ਹੈ ਲੇਕਿਨ ਪਹਿਲ ਉਹਨਾਂ ਨੇ ਆਪਣੀ ਭਾਸ਼ਾ ਨੂੰ ਦਿੱਤੀ ਹੋਈ ਹੈ, ਜਾਂ ਫਿਰ ਇੱਥੇ ਦੀ ਲੋਕਲ ਭਾਸ਼ਾ ਨੂੰ ਦਿੱਤੀ ਹੋਈ ਹੈ ਜਿੱਥੇ ਦੇ ਲੋਕ ਉਹਨੂੰ ਪੜ੍ਹ ਸਕਣ। ਪਰ ਨਾ ਤਾਂ ਵੈਸਟ ਬੰਗਾਲ ਦੇ ਵਿੱਚ, ਨਾ ਹੀ ਮੈਨੂੰ ਮਹਾਰਾਸ਼ਟਰ ਦੇ ਵਿੱਚ ਸਾਡਾ ਜਿਹੜੇ ਸਾਈਨ ਬੋਰਡਸ ਲੱਗੇ ਹੋਏ ਨੇ, ਚਾਹੇ 에ਅਰਪੋਰਟ ਤੇ ਹੋਣ ਚਾਹੇ 에ਅਰਪੋਰਟ ਦੇ ਬਾਹਰ ਵੀ ਬਹੁਤ ਸਾਰੀ ਥਾਵਾਂ ਤੇ ਲੱਗੇ ਹੋਏ ਨੇ, ਉਹ ਸਾਰੇ ਦੇ ਸਾਰੇ ਅੰਗਰੇਜ਼ੀ ਦੇ ਵਿੱਚ ਲੱਗੇ ਹੋਏ ਨੇ। ਜਾਂ ਤਾਂ ਇੱਥੇ ਦੀ ਲੋਕਲ ਭਾਸ਼ਾ 'ਚ ਲਿਖ ਦਿੰਦੇ ਤਾਂ ਵੀ ਅਸੀਂ ਕਹਿੰਦੇ ਵੀ ਚਲੋ ਸਰਕਾਰ ਮਾਤ ਭਾਸ਼ਾ ਨੂੰ ਤਾਂ ਉਤਸ਼ਾਹਿਤ ਕਰ ਹੀ ਰਹੀ ਹੈ ਨਾ, ਜਿੱਥੇ ਜਿਹੜੀ ਮਾਤ ਭਾਸ਼ਾ ਹੈਗੀ ਹੈ ਉਹਦੇ ਵਿੱਚ ਉਹ ਸਾਈਨ ਬੋਰਡਸ ਲਗਾਤੇ ਹੈ। ਪਰ ਇੱਥੇ ਵੀ ਉਹੀ ਸਾਰੇ ਮਤਲਬ ਅੰਗਰੇਜ਼ੀ 'ਚ ਲਿਖੇ ਹੋਏ ਨੇ ਤੇ
ਉਹ ਕੈਲਕਟਾ ਦੇ ਵਿੱਚ ਵੀ ਮੈਂ ਇਹੀ ਦੇਖਿਆ ਹੈਗਾ। ਜੀ ਸੋ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਆਪਾਂ ਆਪਣੀਆਂ ਨੀਤੀਆਂ ਨੂੰ ਹੀ ਮਤਲਬ ਇਸ ਤਰ੍ਹਾਂ ਦਾ ਬਣਾਇਆ ਹੋਇਆ ਕਿ ਅਸੀਂ ਆਪਣੀ ਭਾਸ਼ਾ ਨੂੰ ਇੰਨੀ ਪ੍ਰਮੁੱਖਤਾ ਦੇਣੀ ਹੀ ਨਹੀਂ ਹੈ, ਤਾਂ ਫਿਰ ਮੈਨੂੰ ਲੱਗਦਾ ਕਿ ਧੱਕੇ ਨਾਲ ਤਾਂ ਫਿਰ ਭਾਸ਼ਾ ਲਾਗੂ ਨਹੀਂ ਕੀਤੀ ਜਾ ਸਕਦੀ ਜਾਂ ਜੀ ਮਤਲਬ ਬੋਲੀ ਲਾਗੂ ਨਹੀਂ ਕੀਤੀ ਜਾ ਸਕਦੀ। ਦੇਖੋ, ਸਾਈਨ ਬੋਰਡ ਜਿਹੜੇ ਤੁਸੀਂ ਉਹਨਾਂ ਥਾਵਾਂ ਤੇ, ਸਾਈਨ ਬੋਰਡ ਨਹੀਂ ਮੈਂ ਕਹੂੰਗਾ, ਜਿਹੜੇ ਤੁਸੀਂ ਇਸ਼ਤਿਹਾਰਬਾਜ਼ੀ ਲਈ ਲਾਏ ਆ, ਸਮਿਟ ਲਈ, ਇਨਵੈਸਟਮੈਂਟ ਖਿੱਚਣ ਲਈ ਲਾਏ ਆ, ਉਹਨਾਂ ਨੂੰ ਬੜਾ ਸੌਖਾ ਜਿਹਾ ਤਰੀਕਾ ਸੀ ਕਿ ਅੰਗਰੇਜ਼ੀ ਤੁਸੀਂ ਵਰਤ ਲਓ, ਸੰਪਰਕ ਹਾਂਜੀ ਭਾਸ਼ਾ ਬਣ ਗਈ ਆ। ਤੁਸੀਂ ਉਹਦੇ ਨਾਲ ਉਹਨਾਂ ਦੀ ਭਾਸ਼ਾ ਔਰ ਆਪਣੀ ਭਾਸ਼ਾ ਤਿੰਨਾਂ ਦਾ ਸੁਮੇਲ ਬਣਾਓ, ਘੱਟੋ ਘੱਟ ਕੋਈ ਸਮਝ ਤਾਂ ਸਕੇ ਕਿ ਆ ਸਾਡੀ ਭਾਸ਼ਾ ਅੰਗਰੇਜ਼ੀ ਹੈ ਸੰਪਰਕ ਲਈ, ਜੇ ਕਿਸੇ ਨੂੰ ਨਾ ਆਵੇ ਤੇ ਆ ਉਹਨਾਂ ਦੀ ਭਾਸ਼ਾ, ਘੱਟੋ ਘੱਟ ਕੋਈ ਉਹਦੇ ਦਰਸ਼ਨ ਤਾਂ ਕਰੇ ਉਸ ਲਿਪੀ ਦੇ, ਵੀ ਉਹਦੇ ਕਿੱਦਾਂ ਦੇ ਜੀ ਦੱਸੇ ਆ, ਕੀ ਜਮਾ ਜੋੜ ਹੈ। ਖੈਰ ਤੁਹਾਡੀ ਗੱਲ ਠੀਕ ਹੈ। ਭਾਸਕਰ ਸਾਹਿਬ ਵੀ ਇੱਥੇ ਕੁਝ ਕਹਿਣਾ ਚਾਹ ਰਹੇ। ਭਾਸਕਰ ਸਾਹਿਬ ਨਾਲ ਰੂਰਲ ਡਿਵੈਲਪਮੈਂਟ ਫੰਡ ਵੀ ਲੈ ਲਓ, ਕਿਉਂਕਿ ਬਾਹ ਉੱਥੇ ਵੀ ਮਰੋੜੀ ਗਈ ਹੈ। 3200 3000 ਕਰੋੜ ਰੋਕਿਆ ਪਿਆ। ਅਜੇ ਕੱਲ ਹੀ ਸਾਡੇ ਚੀਮਾ ਸਾਹਿਬ ਪਿਆਰ ਜਿਹਾ ਕਰਕੇ ਹਟਿਆ ਕੇਂਦਰ ਨੂੰ, ਕਹਿੰਦੇ ਵਿੱਤ ਮੰਤਰੀ ਸਾਹਿਬ ਆ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ GST ਦੇ ਪੈਸੇ ਦੇਣ ਲਈ ਹਾਂ ਕਰਤੀ। ਉਹਨਾਂ ਤਾਂ ਸਾਰੇ ਦੇਸ਼ ਲਈ ਕੀਤੇ, ਚਲੋ ਆਪਾਂ ਵੈਲਕਮ ਖੈਰ ਮਕਦਮ ਕਰਤਾ, ਪਰ RDF ਨੂੰ ਲੈ ਕੇ ਇਹ ਰਫੜ ਪੁਰਾਣਾ ਪੈ ਗਿਆ ਤੇ ਹੁਣ ਨਵੇਂ ਸਿਰਿਓਂ ਇਹਦੀ ਕੰਸੋ ਆ, ਇਹਨੂੰ ਜ਼ਬਾਨ ਦਿਓ। ਰੰਧਾਵਾ ਜੀ, ਜਿੱਥੇ ਤੱਕ ਪੰਜਾਬੀ ਭਾਸ਼ਾ ਦੀ ਗੱਲ ਹੈਗੀ ਹੈ, ਜਿਹੜਾ ਐਕਟ ਪੰਜਾਬ ਆਫੀਸ਼ੀਅਲ ਲੈਂਗੁਏਜ ਐਕਟ ਅਮੈਂਡਮੈਂਟ ਹੋਈ ਸੀਗੀ 2021 ਦੇ ਵਿੱਚ, ਉਹਦੇ ਹਿਸਾਬ ਨਾਲ ਇਸ ਮਾਂ ਬੋਲੀ ਨੂੰ ਇੰਪਲੀਮੈਂਟ ਕਰਨ ਦੀ ਗੱਲਾਂ ਤੁਰੀ ਸੀਗੀ। ਇਸ ਐਕਟ ਦੇ ਵਿੱਚ ਸਜ਼ਾ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ, ਇਹ ਗੱਲਾਂ ਹੋ ਚੁੱਕੀਆਂ। ਪ੍ਰੋਵੀਜ਼ਨ ਕਿਸ ਗੱਲ ਦਾ ਹੈ? ਜੁਰਮਾਨੇ ਦਾ। ਪਹਿਲੀ ਵਾਰ ਅਗਰ ਕੋਈ ਗਲਤੀ ਕਰੇ ਉਹਨੂੰ ਸ਼ੋਅ ਕਾਜ਼ ਨੋਟਿਸ ਦਿੱਤਾ ਜਾਏਗਾ, ਦੂਜੀ ਵਾਰ ਗਲਤੀ ਕਰੇਗਾ 500 ਰੁਪਇਆ ਜੁਰਮਾਨਾ, ਤੀਜੀ ਵਾਰ 2000 ਤੇ ਚੌਥੀ ਵਾਰ 5000। ਯਾਨੀ ਜੁਰਮਾਨੇ ਦਾ ਵੀ ਇਹ ਇੱਕ ਲੈ ਰੱਖੀ ਹੋਈ ਹੈ। ਨਵੰਬਰ ਦੇ ਮਹੀਨੇ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ, ਉਹਨਾਂ ਨੇ ਅਪੀਲ ਕੀਤੀ ਸੀ ਪੰਜਾਬ ਦੇ ਸਾਰੇ ਵਾਸੀਆਂ ਨੂੰ, ਲਾ ਦੋ ਬੋਰਡ, ਸਭ ਤੋਂ ਉੱਤੇ ਪੰਜਾਬੀ, ਬਾਕੀ ਸਾਰੀ ਭਾਸ਼ਾ ਥੱਲੇ, ਪੰਜਾਬੀ ਉੱਤੇ ਬਾਕੀ ਥੱਲੇ। ਪਰ ਇਹ ਗੱਲ ਬਹੁਤੀ ਇੰਪਲੀਮੈਂਟ ਹੁੰਦੀ ਹੋਈ ਕਿਸੇ ਵੀ ਬਾਜ਼ਾਰ ਦੇ ਵਿੱਚ, ਕਿਸੇ ਵੀ ਮਾਰਕੀਟ ਦੇ ਵਿੱਚ ਨਹੀਂ ਨਜ਼ਰ ਆਈ। ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਆਏ ਸੀ ਮੁੱਖ ਮੰਤਰੀ, ਉਹਨਾਂ ਨੇ ਕਿਹਾ ਮੈਨੂੰ ਸਖਤ ਕੋਈ ਫੈਸਲਾ ਨਾ ਲੈਣਾ ਪਏ, ਇਸ ਤੋਂ ਪਹਿਲੇ ਪੰਜਾਬੀਓ 21 ਤਰੀਕ ਤੋਂ ਪਹਿਲੇ ਇਹ ਕੰਮ ਕਰ ਦੋ। ਉਸ ਗੱਲ ਨੂੰ ਵੀ ਬਹੁਤੀ ਤਵੱਜੋ ਨਹੀਂ ਦਿੱਤੀ ਗਈ। ਹੁਣ ਮੁੱਖ ਮੰਤਰੀ ਅੱਜ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕੀ ਫੈਸਲਾ ਕਰਦੇ ਨੇ, ਹੋ ਸਕਦਾ ਹੈ ਏਦਾਂ ਦਾ ਹੀ ਕੋਈ ਫੈਸਲਾ ਆ ਜਾਏ ਕਿ ਵੀ ਅਸੀਂ ਆਪ ਲਾ ਦਿੰਦੇ ਹਾਂ ਤੁਹਾਡੇ ਸਾਈਨ ਬੋਰਡ, ਉੱਥੇ ਮੇਰੀ ਫੋਟੋ ਜੀ ਲਾ ਦੇਣਾ, ਐਡਵਰਟੀਜ਼ਮੈਂਟ ਦੀ ਐਡਵਰਟੀਜ਼ਮੈਂਟ, ਕਿਉਂਕਿ ਖਰਚਾ ਤੇ ਐਡਵਰਟੀਜ਼ਮੈਂਟ ਦਾ ਬਜਟ ਬੜਾ ਜ਼ਬਰਦਸਤ ਹੈ। ਪਰ ਚਲੋ ਇਹਦੇ ਉੱਤੇ ਵੀ ਫਿਰ ਇੱਕ ਸਿਆਸਤ ਜ਼ਰੂਰ ਹੋਣੀ ਸ਼ੁਰੂ ਹੋ ਜਾਏਗੀ। ਹੁਣ ਗੱਲ ਕਰੀਏ ਰੂਰਲ ਡਿਵੈਲਪਮੈਂਟ ਫੰਡ ਦੀ। ਰੂਰਲ ਡਿਵੈਲਪਮੈਂਟ ਫੰਡ ਦੇ ਉੱਤੇ ਇਹਦੇ ਵਿੱਚ ਭਾਸਕਰ ਸਾਹਿਬ ਇੱਕ ਲਾਸਟ ਟਿੱਪਣੀ ਮੈਂ ਜ਼ਰੂਰ ਕਰਨਾ ਚਾਹੂੰਗਾ। ਮੈਨੂੰ ਲੱਗਦਾ ਜੇ ਹੁਣ ਨਹੀਂ ਤੇ ਕਦੇ ਨਹੀਂ, ਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁੰਦਿਆਂ ਤੁਸੀਂ ਭਾਸ਼ਾ ਦੇ ਉੱਤੇ ਕੋਈ ਫੈਸਲਾ ਨਹੀਂ ਦੇਖਦੇ ਜਾਂ ਇਹਦੇ ਤੇ ਤਵੱਜੋ ਨਹੀਂ ਦੇਖਦੇ, ਕਦੇ ਵੀ ਨਹੀਂ ਹੋਣਾ। ਮੁੱਖ ਮੰਤਰੀ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਫ਼ਰ ਇਸੇ ਭਾਸ਼ਾ 'ਚ ਤੈਅ ਕੀਤਾ, ਕਲਾਕਾਰੀ ਤੋਂ ਲੈ ਕੇ ਔਰ ਆਪਣੀ ਭਾਸ਼ਣ ਕਲਾ ਨਾਲ ਲੋਕਾਂ ਨੂੰ ਕੀਲ ਕੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਆ। ਉਹਨਾਂ ਦੀ ਐਕਸਪਰਟੀ ਕੋਈ ਫਾਈਨਾਂਸ ਵਿੱਚ ਨਹੀਂ ਸੀ, ਉਹਨਾਂ ਦੀ ਐਕਸਪਰਟੀ ਕੋਈ ਕਿਸੇ ਹੋਰ ਧੰਦੇ 'ਚ ਨਹੀਂ ਸੀ ਵੀ ਜਿਹਦੇ ਕਰਕੇ ਡਾਕਟਰ ਮਨਮੋਹਨ ਸਿੰਘ ਵਾਂਗ ਉਹਨਾਂ ਦੇ ਸਿਰ ਤੇ ਤਾਜ ਰੱਖਿਆ ਗਿਆ। ਉਹਨਾਂ ਦੀ ਭਾਸ਼ਣ ਕਲਾ ਕਰਕੇ ਲੋਕਾਂ ਨੂੰ ਜੋੜਨ ਦੇ ਨਜ਼ਰੀਏ ਤੋਂ ਕਨੈਕਟ ਜਿਹੜਾ ਉਹਨਾਂ ਕੀਤਾ ਆਪਣੀ ਮਾਂ ਬੋਲੀ ਦੇ ਵਿੱਚ ਲੱਛੇਦਾਰ ਗੱਲਾਂ ਨਾਲ, ਉਹਦਾ ਅਸਰ ਹੈ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਤੇ। ਜੇ ਇਹ ਵੀ ਨਹੀਂ ਕਰ ਪਾਉਂਦੇ, ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਮਿਹਣਾ ਕੋਈ ਮੁੱਖ ਮੰਤਰੀ ਨੂੰ ਨਹੀਂ ਹੋਊਗਾ। ਪਰ ਲੋਕ ਆਪਣੀ ਜੇਬ ਢਿੱਲੀ ਕਿਉਂ ਕਰਨ? ਇਸ ਵੇਲੇ ਸਾਈਨ ਬੋਰਡ ਲਾਉਣ ਦਾ ਖਰਚਾ ਪਤਾ ਕਿੰਨਾ? ਜੇਕਰ ਤੁਸੀਂ ਉਹਦੇ ਲਾਈਟਾਂ ਲੂਟਾਂ ਜੀਆਂ ਲਾ ਕੇ ਲਾਉਣੀਆਂ, ਹੁਣ ਲੱਖ ਰੁਪਏ ਨੂੰ ਪੈਂਦਾ ਵੱਡਾ ਬੋਰਡ, 40-50 ਹਜ਼ਾਰ 30 ਹਜ਼ਾਰ ਤੋਂ ਸ਼ੁਰੂ ਹੁੰਦੇ ਆ। ਕੋਈ ਆਪਣੇ ਖਰਚੇ, ਆਪਣੀ ਜੇਬ ਕਿੱਦਾਂ, ਇਹ ਬੋਝ ਕਿੱਦਾਂ ਬਰਦਾਸ਼ਤ ਲੋਕ ਕਰਨਗੇ? ਇਹ ਵੀ ਸਵਾਲ ਆ ਕਿ ਕੀ ਸਰਕਾਰ ਇਸ ਨਜ਼ਰੀਏ ਤੋਂ ਵੀ ਕੋਈ ਸਬਸਿਡੀ ਦੇਣ ਦੀ ਤਿਆਰੀ 'ਚ ਹੋਵੇ? ਕੋਈ 2-4 ਹਰ ਸ਼ਹਿਰ ਦੇ ਵਿੱਚ ਬੰਦੇ ਰੱਖ ਦੋ ਜਿਹੜੇ ਸਾਈਨ ਬੋਰਡ ਬਣਾਉਣਾ ਸ਼ੁਰੂ ਕਰ ਦੇਣ, ਕੋਈ ਰਿਆਇਤ ਰਾਤ, ਜਾਂ ਬਣੇ ਹੋਏ ਬੋਰਡਾਂ ਦੇ ਵਿੱਚ ਸਰਕਾਰੀ ਭਾਸ਼ਾ ਵਿਭਾਗ ਲਾ ਲਓ ਜਾਂ ਕੋਈ ਹੋਰ ਮਹਿਕਮੇ ਨੇ ਜਿਹੜੇ ਇੱਥੇ ਸਪੋਰਟ ਸਿਸਟਮ ਵਜੋਂ ਕੰਮ ਕਰਨਾ ਸ਼ੁਰੂ ਕਰ ਦੇਣ। ਕੱਲੀ ਕੰਪੇਨ ਨਾਲ, ਲਿਫਾਫਿਆਂ ਨਾਲ, ਜ਼ਬਾਨੀ ਜਮਾ ਖਰਚੀ ਨਾਲ ਗੱਲ ਨਹੀਂ ਬਣਨੀ। ਹੁਣ ਤੁਸੀਂ RDF ਤੇ ਜਾਓ ਜੀ। RDF ਦੀ ਗੱਲ ਕਰੀਏ ਤੇ 1 ਮਹੀਨੇ ਪਹਿਲੇ ਇੱਕ ਲੈਟਰ ਆਇਆ ਸੀਗਾ ਪੰਜਾਬ ਨੂੰ, ਲੈਟਰ ਆਇਆ ਸੀਗਾ ਪੀਯੂਸ਼ ਗੋਇਲ ਦਾ। ਕਿਹਾ ਗਿਆ ਸੀਗਾ ਕਿ 6% ਜਿਹੜੀ ਤੁਸੀਂ RDF ਦੇ ਤੌਰ ਤੇ ਜਾਂ ਮਾਰਕੀਟ ਫੀਸ ਦੇ ਤੌਰ ਤੇ ਲੈਂਦੇ ਹੋ, ਯਾਨੀ 3% ਮਾਰਕੀਟ ਫੀ ਤੇ 3% ਰੂਰਲ ਡਿਵੈਲਪਮੈਂਟ ਫੰਡ, ਤੇ ਇਹਨੂੰ ਘੱਟ ਕਰਕੇ ਸਾਰਾ ਮਿਲਾ ਕੇ 2% ਕਰ ਦਿਓ। ਉਸ ਲੈਟਰ ਦਾ ਵਿਰੋਧ ਜ਼ਰੂਰ ਕੀਤਾ ਸੀ ਭਗਵੰਤ ਮਾਨ, ਉਹਨਾਂ ਦਿੱਲੀ ਜਾ ਕੇ ਮਿਲ ਕੇ ਵੀ ਆਏ ਸੀ ਵੀ ਨਹੀਂ 2% ਨਾਲ ਸਾਡਾ ਗੁਜ਼ਾਰਾ ਨਹੀਂ। 2880 ਕਰੋੜ ਰੁਪਏ ਸਾਡੇ ਪੈਂਡਿੰਗ ਹੈਗੇ ਨੇ। ਇੱਕ ਹੋਰ ਫਰਮਾਨ ਆ ਗਿਆ ਪਰਸੋਂ, ਨਿਰਮਲਾ ਸੀਤਾਰਮਨ ਨੇ GST ਦੀ ਪੈਂਡਿੰਗ ਪੇਮੈਂਟ ਕਲੀਅਰ ਕਰਨ ਦੀ ਗੱਲ ਕੀਤੀ। ਹਰਪਾਲ ਸਿੰਘ ਚੀਮਾ ਉਹਨਾਂ ਨੇ
ਤਾਰੀਫ ਵੀ ਕਰਤੇ ਵੀ ਥੈਂਕ ਯੂ ਮੈਡਮ, ਪੈਸੇ ਸਾਡੇ ਆ ਗਏ। ਹੁਣ ਗੱਲ ਹੋਈ ਹੈ 2880 ਕਰੋੜ ਦੀ, ਪਰ ਉਸ ਤੋਂ ਪਹਿਲੇ ਇਹ ਲਿਖਤ 'ਚ ਦੇਣਾ ਪਏਗਾ ਆਰਡੀਐਫ, ਕਿਉਂਕਿ ਆਰਡੀਐਫ ਦੇ ਉੱਤੇ ਪਹਿਲੇ ਵੀ ਸਰਕਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਸੀ ਕੇਂਦਰ ਦੇ ਦਬਾਅ ਦੇ ਵਿੱਚ ਕਿ ਆਰਡੀਐਫ ਨੂੰ ਤੁਸੀਂ ਆਰਡੀਐਫ ਦੇ ਉੱਤੇ ਹੀ ਖਰਚੋਗੇ। ਕੈਪਟਨ ਅਮਰਿੰਦਰ ਸਿੰਘ ਵਰਗਾ ਲੋਨ ਮਾਫ ਕਰਨ ਦੇ ਮੁੱਦੇ ਦੇ ਉੱਤੇ 5000 ਰੁਪਏ ਆਰਡੀਐਫ ਦੇ ਅਗੇਂਸਟ ਹੀ ਕਰਜ਼ਾ ਲੈ ਲਿਆ ਸੀਗਾ ਕਰੋੜ। ਯਾਨੀ ਇਦਾਂ ਦੇ ਹਾਲਾਤ ਦੇ ਵਿੱਚ ਹੁਣ ਆਰਡੀਐਫ ਦੇ ਵਿੱਚ ਕਟੌਤੀ ਪੱਕੀ ਹੈ। ਰੀਜ਼ਨ ਵੀ ਕੇਂਦਰ ਨੇ ਕੀ ਦੱਸਿਆ ਹੈ ਕਿ ਰੂਰਲ ਜਿਹੜੇ ਪਬਲਿਕ ਡਿਸਟ੍ਰੀਬਿਊਸ਼ਨ ਦੇ ਵਾਸਤੇ ਇਹ ਅਨਾਜ ਦਾ ਇਸਤੇਮਾਲ ਹੁੰਦਾ ਹੈ, ਇਹਦੇ ਕਰਕੇ ਗਰੀਬਾਂ ਨੂੰ ਡਬਲ ਮਾਰ ਲੱਗਦੀ ਹੈ। ਤੇ ਇਹਦੇ ਉੱਤੇ ਜੇ ਤੁਸੀਂ 2% ਲਓਗੇ ਤਾਂ ਗਰੀਬਾਂ ਨੂੰ ਰਾਹਤ ਮਿਲੇਗੀ, ਔਰ ਸਟੇਟ ਦਾ ਵੀ ਪਬਲਿਕ ਡਿਸਟ੍ਰੀਬਿਊਸ਼ਨ ਜਿਹੜਾ ਸਿਸਟਮ ਹੈਗਾ ਉਹਦੇ ਉੱਤੇ ਖਰਚਾ ਘੱਟ ਹੋਏਗਾ। ਪ੍ਰਾਈਵੇਟ ਪਲੇਅਰਸ ਵੀ ਹੁਣ ਉਸ ਕਣਕ ਨੂੰ ਖਰੀਦਣ ਦੇ ਵਾਸਤੇ ਅੱਗੇ ਆਣਗੇ। ਇਹਨਾਂ ਸਾਰੀ ਗੱਲਾਂ ਦੇ ਉੱਤੇ 2880 ਕਰੋੜ ਰੁਪਏ ਤੇ ਸਾਨੂੰ ਮਿਲ ਜਾਏਗਾ ਸਾਡਾ ਪੁਰਾਣਾ ਬਕਾਇਆ, ਪਰ 3000 ਕਰੋੜ ਰੁਪਏ ਦਾ ਨੁਕਸਾਨ ਵੀ ਹੋਏਗਾ। ਉਸ ਨੁਕਸਾਨ ਦੇ ਉੱਤੇ ਫਿਲਹਾਲ ਗੱਲਾਂ ਤੁਰਨੀਆਂ ਤੇ ਸ਼ੁਰੂ ਹੋ ਗਈਆਂ, ਪਰ ਹੁਣ ਠੰਡੇ ਪਾਣੀ ਨਾਲ ਹੀ ਨਹਾਣਾ ਪਏਗਾ, ਐਦਾਂ ਦੀ ਵੀ ਕੰਸੋਲ ਲੱਗ ਰਹੀ ਹੈ। ਹਾਂਜੀ ਇੰਦਰਪ੍ਰੀਤ ਜੀ, ਕੁਝ ਕਹਿਣਾ ਚਾਹ ਰਹੇ ਤੁਸੀਂ? ਮੈਂ ਇਹ ਕਹਿਣਾ ਚਾਹ ਰਿਹਾ ਸੀਗਾ ਕਿ ਦੇਖੋ ਦੋ ਚੀਜ਼ਾਂ ਨੇ ਇਹਦੇ ਵਿੱਚ, ਕੁਝ ਭਾਸਕਰ ਸਾਹਿਬ ਨੇ ਦੱਸ ਹੀ ਦਿੱਤੀਆਂ ਨੇ ਕਿ ਵੀ 1% ਅਸੀਂ 1% ਦੋਨਾਂ ਤਰਫ ਤੇ ਐਮਡੀਐਫ 'ਚ ਵੀ ਤੇ ਆਰਡੀਐਫ 'ਚ ਵੀ ਦੋਨਾਂ 'ਚ 1% ਵਧਾਇਆ ਸੀ ਜਦੋਂ ਅਸੀਂ ਕਿਸਾਨਾਂ ਦੀ ਕਰਜ਼ ਮਾਫੀ ਦੀ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਸਤੇ ਇੱਕ ਲੋਨ ਚੱਕਿਆ ਸੀ 6000 ਕਰੋੜ ਦਾ। ਇਹ ਉਹਦਾ ਹੈਗਾ, ਉੱਤੋਂ ਉਹਦੀ ਵੀ ਕਿਸ਼ਤ ਹੁਣ ਬਕਾਇਆ ਹੈ, ਉਹ ਅਸੀਂ ਉਸ 'ਚ ਡਿਫਾਲਟ ਕਰ ਗਏ ਹਾਂ। ਦੂਜਾ ਜਿਹੜੀ ਇਹਦੇ 'ਚ ਇਸ਼ੂ ਹੈਗਾ ਨਾ, ਉਹ ਜਿਹੜਾ ਤੁਸੀਂ ਲੈਟਰ ਅਗਰ ਦੇਖੋ ਪੀਯੂਸ਼ ਗੋਇਲ ਦਾ, ਉਹਦੇ 'ਚ ਇੱਕ ਲਾਈਨ ਲਿਖੀ ਹੋਈ ਹੈ ਕਿ ਇਹ ਜਿਹੜਾ ਪੈਸਾ ਹੈਗਾ, ਇਹ ਜਿਹੜਾ ਅਸੀਂ ਅਨਾਜ ਖਰੀਦਣ ਦੇ ਉੱਤੇ ਜਿਹੜਾ ਟੈਕਸ ਦਿੰਨੇ ਆ, ਇਹ ਟੈਕਸ ਦਿੰਨੇ ਆ ਅਸੀਂ ਡਿਸਟ੍ਰੀਬਿਊਸ਼ਨ ਵਾਸਤੇ, ਮਤਲਬ ਗਰੀਬਾਂ ਨੂੰ ਅਨਾਜ ਵੰਡ। ਮੇਰਾ ਸਵਾਲ ਉੱਥੇ ਇਹ ਹੈ ਕਿ ਸਾਰਾ ਬੋਝ ਪੰਜਾਬ ਕਿਉਂ ਚੁੱਕੇ? ਡਿਸਟ੍ਰੀਬਿਊਸ਼ਨ ਤੁਸੀਂ ਪੂਰੇ ਕੰਟਰੀ ਦੇ ਵਿੱਚ ਕਰਦੇ ਹੋ, ਗਰੀਬਾਂ ਨੂੰ ਅਨਾਜ ਜਿਹੜਾ ਪੂਰੇ ਕੰਟਰੀ 'ਚ ਦੇ ਰਹੇ ਹੋ, ਲੇਕਿਨ ਨੁਕਸਾਨ ਕਿਹਦਾ ਹੋ ਰਿਹਾ? ਨੁਕਸਾਨ ਹੋ ਰਿਹਾ ਪੰਜਾਬ ਦਾ। ਤੁਸੀਂ ਤਾਂ ਪੰਜਾਬ ਦੀ ਤੁਹਾਨੂੰ ਮਦਦ ਕਰਨੀ ਚਾਹੀਦੀ ਹੈ ਵੀ ਹਾਂ, ਪੰਜਾਬ ਨੇ ਸਾਨੂੰ ਇਸ ਜੋਗਾ ਕਰ ਰੱਖਿਆ ਹੈ ਵੀ ਅਸੀਂ ਪੂਰੇ ਕੰਟਰੀ ਦੇ ਵਿੱਚ ਜਿਹੜਾ ਹੈਗਾ ਉਹ ਸਸਤਾ ਅਨਾਜ ਜਿਹੜਾ ਹੈਗਾ ਲੋਕ ਜਿਹੜੇ ਗਰੀਬ ਲੋਕ ਹੈ ਉਹਨਾਂ ਨੂੰ ਮੁਹੱਈਆ ਕਰਵਾ ਪਾਉਂਦੇ ਹਾਂ। ਅਸੀਂ ਆਪਣੀ ਪਾਣੀ, ਆਪਣੀ ਬਿਜਲੀ, ਆਪਣੀ ਹਵਾ ਸਭ ਕੁਝ ਬਰਬਾਦ ਕਰਕੇ ਅਨਾਜ ਪੈਦਾ ਕਰ ਰਹੇ ਹਾਂ, ਔਰ ਉਹ ਤੁਸੀਂ 2 ਰੁਪਏ ਦੇ ਵਿੱਚ ਪੂਰੇ ਕੰਟਰੀ 'ਚ ਉਪਲਬਧ ਕਰਵਾ ਰਹੇ ਹੋ, ਤਾਂ ਉਹਦੇ ਬਦਲੇ ਸਾਨੂੰ ਕੀ ਦੇ ਰਹੇ ਹੋ ਫਿਰ? ਇਸ ਤੋਂ ਪਹਿਲਾਂ ਜਦੋਂ GST ਲਾਗੂ ਹੋਇਆ, ਇਸੇ ਉਹਦੇ ਵਿੱਚ 4% ਪਰਚੇਜ਼ ਟੈਕਸ ਵੀ ਸੀਗਾ। ਪਰਚੇਜ਼ ਟੈਕਸ ਖਤਮ ਕਰਤਾ ਜਿਹੜਾ ਅਨਾਜ ਦੀ ਖਰੀਦ ਦੇ ਉੱਤੇ ਹੁੰਦਾ ਸੀਗਾ। ਸਾਨੂੰ 2600 ਕਰੋੜ ਰੁਪਏ ਦਾ ਘਾਟਾ ਪਿਆ। ਉਹਦੇ ਬਦਲੇ ਸਾਨੂੰ ਕਿਹਾ ਗਿਆ ਵੀ ਅਸੀਂ 5 ਸਾਲ ਤੁਹਾਨੂੰ ਲਗਾਤਾਰ ਇਹ ਪੈਸਾ ਜਿਹੜਾ ਹੈਗਾ ਕੰਪਨਸੇਸ਼ਨ ਦੇ ਰੂਪ 'ਚ ਦੇਵਾਂਗੇ। ਉਹ ਠੀਕ ਹੈ, ਉਹ ਦਿੱਤਾ ਵੀ, ਪਰ 5 ਸਾਲ ਤੋਂ ਬਾਅਦ ਕੀ ਹੋਇਆ? ਇਹਦੇ ਵਿੱਚ ਮੈਂ ਜਿਹੜੀ ਇਸ ਗੱਲ ਨੂੰ ਸਮਝ ਸਕਿਆ ਹਾਂ, ਦੇਖੋ ਇਹ ਕੋਈ ਸੌਖੀ ਉਹ ਨਹੀਂ ਹੈਗੀ, ਇਹਨੂੰ ਥੋੜੇ ਅਲੱਗ ਨਜ਼ਰੀਏ ਨਾਲ ਦੇਖਣਾ ਚਾਹੀਦਾ। ਰੰਧਾਵਾ ਸਾਹਿਬ, ਇਹ ਜਿਹੜੇ ਵੱਡੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਨੇ, ਜਿਨ੍ਹਾਂ ਨੇ ਪਹਿਲਾਂ 3 ਖੇਤੀ ਬਿੱਲ ਬਣਵਾਏ ਸੀਗੇ, ਉਹਦੇ ਵਿੱਚ ਵੀ ਇਹੀ ਕਿਹਾ ਸੀ ਵੀ ਜਿਹੜੀਆਂ ਪ੍ਰਾਈਵੇਟ ਮੰਡੀਆਂ ਬਣਨਗੀਆਂ ਉਸ ਤੇ ਕੋਈ ਟੈਕਸੇਸ਼ਨ ਨਹੀਂ ਹੋਏਗੀ। ਉਹ ਬਿੱਲ ਰੱਦ ਕਰਨੇ ਪਏ। ਹੁਣ ਇਹ ਦੂਜਾ ਇੱਕ ਰਾਹ ਲੱਭਿਆ ਹੈਗਾ ਹੋਰ, ਜਿਹਦੇ ਵਿੱਚ ਪਿਛਲੇ 6 ਮਹੀਨੇ ਪਹਿਲਾਂ ਮੈਨੂੰ ਯਾਦ ਹੈ ਬਹੁਤ ਵੱਡੀ ਮੀਟਿੰਗ ਸੀਗੀ ਇਸੇ ਵੱਡੀਆਂ ਕੰਪਨੀਆਂ ਦੀ, ਜਿਹੜੇ ਸੁਦਾਂਸ਼ੂ ਪਾਂਡੇ ਸੀਗੇ ਸੈਕਟਰੀ ਫੂਡ ਐਂਡ ਸਪਲਾਈਜ਼, ਉਹਨਾਂ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇੰਨੀ ਟੈਕਸੇਸ਼ਨ ਅਦਾ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ, ਇਹ ਜਿਹੜੇ ਇਨਸੀਡੈਂਟਲ ਚਾਰजेस ਹੈਗੇ ਆ ਇਹਨੂੰ ਅਸੀਂ 2% ਕਰਾਂਗੇ। ਤਾਂ ਮੈਂ ਆਪਣੇ ਨੈਸ਼ਨਲ ਬਿਊਰੋ ਦੇ ਥਰੂ ਇਹ ਪਤਾ ਵੀ ਕਰਵਾਇਆ ਸੀ ਕਿ ਵੀ ਇਹ ਉੱਥੇ ਕਿਹਾ ਹੈ ਕਿ ਇਹ ਸਹੀ ਹੈ। ਤਾਂ ਉਹਨਾਂ ਨੇ ਪੀਯੂਸ਼ ਗੋਇਲ ਨਾਲ ਗੱਲ ਕਰਕੇ ਕਿਹਾ ਵੀ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਠੀਕ ਉਸ ਤੋਂ 2 ਮਹੀਨੇ ਬਾਅਦ ਹੀ ਪੀਯੂਸ਼ ਗੋਇਲ ਦਾ ਹੀ ਇਹ ਲੈਟਰ ਆ ਗਿਆ ਕਿ ਜੀ ਨਹੀਂ, ਅਸੀਂ 2% ਹੀ ਇਹਨੂੰ ਕਰਾਂਗੇ। ਇਹਦੇ 'ਚ ਭਾਸਕਰ ਸਾਹਿਬ ਤੁਸੀਂ ਇੱਕ ਗੱਲ ਛੋੜ ਗਏ, 3% ਆਰਡੀਐਫ, 3% ਐਮਡੀਐਫ ਤੋਂ ਇਲਾਵਾ 2.5% ਆੜਤ ਵੀ ਹੈ, ਇਹ ਉਹਦੇ ਵਿੱਚ ਵੀ ਸ਼ਾਮਲ ਹੈ। ਇਹ ਸਾਰੇ ਇਨਸੀਡੈਂਟਲ ਜਿਹੜੇ 8.5% ਬਣਦੇ ਆ, ਉਹ ਕਹਿ ਰਿਹਾ ਵੀ ਅਸੀਂ ਸਿਰਫ ਔਰ ਸਿਰਫ 2% ਦੇਵਾਂਗੇ, ਇਸ ਤੋਂ ਜ਼ਿਆਦਾ ਨਹੀਂ ਦੇ ਸਕਦੇ, ਕਿਉਂਕਿ ਪ੍ਰਾਈਵੇਟ ਕੰਪਨੀਆਂ 2% ਤੋਂ ਜ਼ਿਆਦਾ ਇਨਸੀਡੈਂਟਲ ਚਾਰजेस ਦੇਣ ਤੋਂ ਮਨਾ ਕਰ ਰਹੀਆਂ ਨੇ। ਤੇ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ 3 ਖੇਤੀ ਕਾਨੂੰਨ ਸਾਡੇ ਜਿਹੜੇ ਪਹਿਲਾਂ ਬਣਾਏ ਸੀ, ਉਹ ਫਾਰਮਰਸ ਦੀ ਐਜੀਟੇਸ਼ਨ ਕਰਕੇ ਉਹ ਰੱਦ ਕਰਨੇ ਪਏ। ਹੁਣ ਉਹ ਜਿਹੜੀ ਨੀਅਤ ਸੀਗੀ ਉਹਨੂੰ ਕਿਸੇ ਹੋਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ, ਇਹ ਉਹਦਾ ਇੱਕ ਪਾਰਟ ਹੈ। ਜੀ ਬਿਲਕੁਲ। ਔਰ ਅਸੀਂ ਕਿਉਂਕਿ ਕਾਫੀ ਅੱਗੇ ਲੰਘ ਆਏ ਆ, ਹਰਿਆਣਾ ਕਮੇਟੀ ਨਾਲ ਸੰਬੰਧਿਤ ਜਿਹੜੇ ਕੱਲ ਆਪਸੀ ਵਿਵਾਦ ਹੋਏ,
ਗੁਰੂ ਘਰ ਦੇ ਅੰਦਰ ਖਿੱਚਾ ਧੋਈ ਹੋਈ, ਉਹਨੂੰ ਲੈ ਕੇ ਅਸੀਂ ਖਬਰ ਤਾਂ ਕਰਨੀ ਚਾਹੁੰਦੇ ਹਾਂ, ਲੇਕਿਨ ਸਮੇਂ ਦੀ ਕਿੱਲਤ ਹੈ। ਇਹਨੂੰ ਅਗਲੇ ਸੈਗਮੈਂਟ ਤੱਕ ਅੱਗੇ ਵਧਾ ਦਿੰਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ। ਥੈਂਕ ਯੂ।